ਫਿਰ ਉਹਨਾਂ ਦੇ ਮਨ ਦੇ ਵਿੱਚ ਇਹ ਤਮੰਨਾ ਜਾਗੀ ਕਿ ਮੈਂ ਮਤਲਬ ਕਿ ਮੈਨੂੰ ਸਕੂਟਰ ਆਉਣਾ ਚਾਹੀਦਾ। ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਮੈਂ ਇੱਕ ਸ਼ਰਤ ਤੇ ਤੁਹਾਨੂੰ ਉਰਦੂ ਸਿਖਾਵਾਂਗਾ ਕਿ ਮੈਨੂੰ ਤੁਸੀਂ ਸਕੂਟਰ ਸਿਖਾ ਦਿਓ। ਕਿ ਖੰਨਾ ਸ਼ਹਿਰ ਨਗੀਨਾ ਆਵੇ ਘੜੀ ਤੇ ਰਹੇ ਮਹੀਨਾ। ਖੰਨਾ ਸ਼ਹਿਰ ਨੂੰ ਬਹੁਤ ਵੱਡੇ ਮਾਣ ਹਾਸਲ ਹਨ। ਇਹ ਸਾਡੀ ਖੁਸ਼ਨਸੀਬ ਵੀ ਹੈ ਕਿ ਅਸੀਂ ਖੰਨੇ ਦੀ ਮਿੱਟੀ ਵਿੱਚ ਰਹਿੰਦੇ ਹਾਂ, ਖੰਨੇ ਦਾ ਪਾਣੀ ਪੀਂਦੇ ਹਾਂ, ਇਹਦੀ ਹਵਾ ਨੂੰ ਮਾਣਦੇ ਹਾਂ। ਮੇਰੀ ਖੁਸ਼ਨਸੀਬੀ ਉਹ ਇਹ ਹੈ ਵੀ ਖੰਨੇ ਸ਼ਹਿਰ ਦੇ ਵਿੱਚ ਇੱਕ ਐਸੀ ਸ਼ਖਸੀਅਤ ਹੋ ਗੁਜ਼ਰੀ ਹੈ ਜੋ ਕਿ ਬੇਸ਼ੱਕ ਉਹ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ, ਪਰ ਹਮੇਸ਼ਾ ਆਪਣੇ ਕੰਠ ਰਾਹੀਂ ਹਰ ਇੱਕ ਦਿਲਾਂ ਦੇ ਉੱਪਰ ਉਹਨੇ ਪੂਰੇ ਵਰਲਡ ਲੈਵਲ ਦੇ ਉੱਪਰ ਰਾਜ ਕੀਤਾ ਹੈ। ਰੂਦਰੀ ਪਰਿਵਾਰ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਰੇ ਦੋਸਤਾਂ ਦਾ ਬਹੁਤ ਸਾਰਾ ਸਵਾਗਤ। ਅੱਜ ਅਸੀਂ ਬੈਠੇ ਹਾਂ ਜੀ ਜਿਹੜੇ ਸ਼ਾਇਦ ਜਿਨ੍ਹਾਂ ਦੇ ਨਾਲ ਜੁੜ ਜਾਂਦਾ ਵੀ ਸ਼ਾਇਦ ਕਿਸੇ ਉਹ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹੈਗੇ। ਧਰਮਿੰਦਰ ਸ਼ਾਹਿਦ ਜੀ ਮੇਰੀ ਮੁਰਾਦ। ਸਰ ਬਹੁਤ ਬਹੁਤ ਸਵਾਗਤ ਸਾਡੇ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ ਹਰੀਸ਼ ਜੀ, ਤੁਹਾਡਾ ਬਹੁਤ ਮੈਂ ਦਿਲੋਂ ਸਵਾਗਤ ਕਰਨਾ ਚਾਹਾਂਗਾ। ਤੁਸੀਂ ਮੈਨੂੰ ਇਸ ਕਾਬਲ ਸਮਝਿਆ ਨਾਚੀਜ਼ ਨੂੰ, ਔਰ ਸਾਡੇ ਇਸ ਨਾਚੀਜ਼ ਦੇ ਵਿਹੜੇ ਵਿੱਚ ਤੁਸੀਂ ਪਹੁੰਚੇ ਹੋ। ਤੁਹਾਡੇ ਜਿਹੜੇ ਮੁਬਾਰਕ ਕਦਮ ਪਏ ਨੇ। ਮੈਂ ਤੁਹਾਡੀ ਸਮੁੱਚੀ ਟੀਮ ਨੂੰ, ਰੂਦਾਰੀ ਦੀ ਟੀਮ ਨੂੰ ਦਿਲੋਂ ਜਿਹੜਾ ਜੀ ਆਇਆਂ ਨੂੰ ਆਖਣਾ ਔਰ ਤੁਹਾਡਾ ਵਿਸ਼ੇਸ਼ ਧੰਨਵਾਦ ਕਰਨਾ। ਸ਼ੁਕਰੀਆ ਸਰ, ਸ਼ੁਕਰੀਆ। ਐਨੇ ਲਫ਼ਜ਼ ਸ਼ਾਇਦ ਨਹੀਂ ਕਿਸੇ ਨੇ ਕਹੇ ਹੋਣਗੇ ਸਾਡੇ ਲਈ ਸਰ ਅੱਜ ਤੱਕ। ਜਿਹੜਾ ਤੁਹਾਡਾ ਇੱਕ ਸ਼ੌਂਕ ਹੈ ਤੇ ਇੱਕ ਤੁਹਾਡਾ ਪ੍ਰੋਫੈਸ਼ਨ ਆ ਜੀ, ਦੋਨੇ ਚੀਜ਼ਾਂ ਹੁਣ ਤੁਸੀਂ ਨਾਲ ਨਾਲ ਲੈ ਕੇ ਚੱਲ ਰਹੇ ਹੋ ਜੀ। ਸ਼ੌਂਕ ਦੀ ਸ਼ੁਰੂਆਤ ਕਿੱਥੋਂ ਹੋਈ ਸਰ? ਸ਼ੌਕ ਦੀ ਸਰ ਜਿਹੜੀ ਸ਼ੁਰੂਆਤ ਹੈਗੀ ਇਹ ਤਾਂ ਮਤਲਬ ਬਚਪਨ ਦੇ ਵਿੱਚ ਹੀ ਹੋ ਗਈ ਸੀਗੀ ਜੀ। ਕੁਝ ਗੱਲਾਂ ਐਸੀਆਂ ਹੁੰਦੀਆਂ ਨੇ, ਜਿਵੇਂ ਇੱਕ ਸ਼ਬਦ ਹੁੰਦਾ ਨਾ, ਇੱਕ ਰੈਵੋਲੂਸ਼ਨ ਤੇ ਇੱਕ ਐਵੋਲੂਸ਼ਨ। ਜੀ। ਜਿਹੜੀ ਮਤਲਬ ਰੈਵੋਲੂਸ਼ਨ ਜਿਹਨੂੰ ਆਪਾਂ ਕ੍ਰਾਂਤੀ ਕਹਿੰਦੇ, ਐਵੋਲੂਸ਼ਨ ਵੀ ਇੱਕ ਹੌਲੀ ਹੌਲੀ ਇੱਕ ਚੇਂਜ ਆਉਂਦੀ ਹੈ, ਵਾਧੇ ਕਰਮ ਚੱਲਦਾ ਰਹਿੰਦਾ ਹੈ। ਹੁੰਦੀ ਉਹ ਲਾਜ਼ਮੀ ਹੈ, ਕੰਟੀਨਿਊਸ ਚੱਲਦੀ ਹੈ, ਬਟ ਉਹ ਦਿਖਦੀ ਨਹੀਂ ਹੁੰਦੀ। ਸੋ ਇਦਾਂ ਦੇ ਕੁਝ ਮੇਰੇ ਨਾਲ ਵਾਪਰਿਆ ਅੰਦਰ, ਕੁਝ ਇਦਾਂ ਦੇ ਜਿਹੜੇ ਜਜ਼ਬੇ ਹੌਲੀ ਹੌਲੀ ਅੱਛੀਆਂ ਗੱਲਾਂ ਨੂੰ ਸੁਣਨਾ। ਉਹਨਾਂ ਸਮਿਆਂ ਦੇ ਵਿੱਚ ਜਿਹੜਾ ਹੈਗਾ ਆਪਣਾ ਕਲਾ ਬਹੁਤ ਜ਼ਿਆਦਾ ਭਾਰੂ ਸੀ। ਜ਼ਿਹਨ ਦੇ ਉੱਪਰ ਇੱਕਦਮ ਉਸ ਕਲਾ ਦਾ ਜਿਹੜਾ ਅਸਰ ਹੁੰਦਾ ਸੀਗਾ। ਹਰ ਇੱਕ ਸਰੋਤਾ ਜਿਹੜਾ ਹੈ ਉਹ ਅਸ਼ ਕਰ ਉੱਠਦਾ ਸੀਗਾ। ਜਨਾਬ ਮੁਹੰਮਦ ਰਫੀ ਸਾਹਿਬ, ਕਿਸ਼ੋਰ ਕੁਮਾਰ, ਜਨਾਬ ਮੰਨਾ ਡੇ ਸਾਹਿਬ, ਮੁਕੇਸ਼ ਜੀ, ਔਰ ਸਾਡੇ ਪੰਜਾਬ ਦੇ ਜੋ ਬਹੁਤੇਰੇ ਜਿਹੜੇ ਫਨਕਾਰ ਜਿਨ੍ਹਾਂ ਵਿੱਚੋਂ ਸੁਰਿੰਦਰ ਕੌਰ ਜੀ, ਲਾਲ ਚੰਦ ਜਮਲਾ ਜੱਟ ਜੀ, ਕੁਲਦੀਪ ਮਾਨਕ ਸਾਹਿਬ, ਬਾਕੀ ਸਾਰਿਆਂ ਨੂੰ ਜਦੋਂ ਮੈਂ ਮਤਲਬ ਸੁਣਦਾ ਰਿਹਾ ਤਾਂ ਕਿਤੇ ਨਾ ਕਿਤੇ ਮਨ ਦੇ ਵਿੱਚ ਕੁਝ ਨਾ ਕੁਝ ਕਰਨ ਦੀ ਜਿਹੜੀ ਤਮੰਨਾ ਉਹ ਜਾਗੀ। ਬਸ ਉਹ ਤਮੰਨਾ ਹੌਲੀ ਹੌਲੀ ਇੱਕ ਸ਼ੌਕ ਦਾ, ਇੱਕ ਜਨੂਨ ਦਾ ਜਿਹੜੀ ਰੂਪ ਧਾਰਦੀ ਗਈ। ਤੇ ਅੱਜ ਜੋ ਕੁਝ ਵੀ ਹੈ, ਜਿੰਨਾ ਕੁਝ ਵੀ ਹਾਂ, ਉਹ ਤੁਹਾਡੇ ਸਾਹਮਣੇ ਹੈ। ਪਹਿਲੀ ਜੋ ਸਟੇਜ ਤੇ ਪਰਫਾਰਮੈਂਸ ਦਿੱਤੀ ਤੁਹਾਨੂੰ ਯਾਦ ਹੋਵੇ? ਪਹਿਲੀ ਸਟੇਜ ਪਰਫਾਰਮੈਂਸ ਦਾ ਜਿਹੜਾ ਮੈਨੂੰ ਮੌਕਾ ਮਿਲਿਆ ਰੂਬਰੂ ਹੋਣ ਦਾ, ਉਹ ਇੱਕ ਆਪਣੇ ਇੱਧਰ ਸਭਾ ਸਾਡੇ ਕਾਫੀ ਮਸ਼ਹੂਰ ਹੈਗੀ ਆ, ਲਿਖਾਰੀ ਸਭਾ ਪੈਲ। ਉਸ ਸਭਾ ਦੇ ਵਿੱਚ ਮੈਂ ਗਿਆ ਤੇ ਉੱਥੇ ਆਪਣੇ ਆਪ ਨੂੰ ਆਪਣਾ ਹੁਨਰ ਵਿਖਾਉਣ ਦਾ ਮੌਕਾ ਮਿਲਿਆ। ਉਹਨਾਂ ਨੇ ਐਪਰੀਸ਼ੀਏਟ ਕੀਤਾ। ਬਹੁਤ ਕਮੀਆਂ ਵੀ ਰਹੀਆਂ, ਚਲੋ ਕਮੀਆਂ ਤਾਂ ਇਨਸਾਨ ਕਹਿੰਦੇ ਸਾਰੀ ਜ਼ਿੰਦਗੀ ਪੁਤਲਾ ਰਹਿੰਦਾ ਹੈ, ਕਮੀਆਂ ਵੀ ਰਹੀਆਂ, ਬਟ ਉੱਥੇ ਜੁੜੇ ਜਿਹੜੇ ਸਾਡੇ ਹੋਰ ਲੇਖਕ ਭੈਣ ਭਰਾ, ਸਾਥੋਂ ਵੱਡੇ ਸਾਥੋਂ ਛੋਟੇ, ਹਮ ਉਮਰ ਸਾਡੇ, ਸਾਰਿਆਂ ਨੇ ਜਦੋਂ ਉਹ ਚੀਜ਼ਾਂ ਦੇ ਵਿੱਚ ਸਾਡੀ ਲਿਖਤ ਦੇ ਵਿੱਚ ਸੁਧਾਰਾਤਮਕ ਜਿਹੜੀ ਹੁੰਦੀ ਹੈ ਨਾ, ਜਿਹੜੀ ਆਪਣੀ ਸੋਚ ਆਪਣੀ ਸਾਡੇ ਵਿੱਚ ਰਲਾਈ, ਆਪਣੇ ਕੀਮਤੀ ਮਸ਼ਵਰੇ ਰਾਏ ਦਿੱਤੀ। ਸੋ ਉਹਨਾਂ ਦਾ ਜਿਹੜਾ ਸਦਕਾ ਉੱਥੇ ਇੰਨਾ ਮੈਨੂੰ ਚੰਗਾ ਲੱਗਿਆ ਪਹਿਲੀ ਵਾਰ ਜਾ ਕੇ। ਬਸ ਫਿਰ ਮੈਂ ਹੌਲੀ ਹੌਲੀ ਆਪਣੇ ਆਪ ਨੂੰ ਸਭਾਵਾਂ ਨਾਲ ਜੋੜਨਾ ਸ਼ੁਰੂ ਕੀਤਾ ਤੇ ਉਹ ਮੇਰੀ ਮਤਲਬ ਕਿ ਪਹਿਲੀ ਜਿਹੜੀ ਹੈਗੀ ਲਿਖਾਰੀ ਸਭਾ ਪੈਲ ਦੇ ਵਿੱਚ ਮੇਰੀ ਜਿਹੜੀ ਸ਼ਮੂਲੀਅਤ ਹੋਈ ਉੱਥੋਂ ਦੀ ਹੈ ਜੀ। ਤੇ ਕੁਝ ਆਪਣੇ ਪ੍ਰੋਫੈਸ਼ਨ ਬਾਰੇ ਵੀ ਸਾਨੂੰ ਦੱਸੋ। ਪ੍ਰੋਫੈਸ਼ਨਲੀ ਸਰ, ਜਿੱਦਾਂ ਕਿ ਮੈਂ ਮਤਲਬ ਕਿ ਆਪਣੀ ਰੋਜ਼ੀ ਰੋਟੀ ਜਿਹੜੀ ਹੈਗੀ ਹੈ ਉਹਦੇ ਲਈ ਬਤੌਰ ਸਾਇੰਸ ਅਧਿਆਪਕ ਹਾਂ, ਸਰਕਾਰੀ ਪੇਸ਼ੇ ਦੇ ਵਿੱਚ ਹਾਂ। ਮੇਰਾ ਜਿਹੜਾ ਅੱਜ ਦਾ ਮੌਜੂਦਾ ਜਿੱਥੇ ਮੈਂ ਸਰਵਿਸ ਕਰ ਰਿਹਾ ਹਾਂ ਉਹ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਕੋਲਾਹਾ, ਜੋ ਖੰਨੇ ਤੋਂ ਆਪਣੇ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ। ਤੇ ਉੱਥੇ ਮੈਂ ਬਤੌਰ ਸਾਇੰਸ ਅਧਿਆਪਕ ਜਿਹੜਾ ਹੈ ਉਹ ਸੇਵਾ ਨਿਭਾ ਰਿਹਾ ਹਾਂ, ਔਰ ਜਿਸ ਦੀ ਇਵਜ਼ ਦੇ ਵਿੱਚ ਜਿਹੜੀ ਹੈ ਸਰਕਾਰ ਮੈਨੂੰ ਰੋਜ਼ੀ ਰੋਟੀ ਚਲਾਉਣ ਦਾ ਜਿਹੜਾ ਹੈ ਮੈਨੂੰ ਮਿਲ ਰਿਹਾ ਹੈ। ਇਹ ਵੀ ਜ਼ਰੂਰੀ ਹੈ, ਰੋਟੀ ਸ਼ੌਂਕ ਵੀ ਨਾਲ ਦੇ ਨਾਲ ਚੱਲਦਾ ਰਹਿੰਦਾ। ਜੀ ਜੀ। ਪਰ ਮੈਨੇਜ ਕਰਨਾ ਬਹੁਤ ਔਖਾ ਦੋਨੇ ਚੀਜ਼ਾਂ ਨੂੰ। ਹਾਂ ਬਿਲਕੁਲ ਸਰ, ਮੈਨੇਜ ਕਰਨਾ ਬਹੁਤ ਔਖਾ ਹੈ, ਪਰ ਕਹਿੰਦੇ ਜ਼ਿੰਦਗੀ ਇੱਕ ਨਾ ਤਰਤੀਬਸ਼ੁਦਾ ਜਿਹੜੀ ਪੇਸ਼ਕਾਰੀ ਦਾ ਹੀ ਨਾਮ ਹੁੰਦਾ ਹੈ। ਜੇ ਇਨਸਾਨ ਤਹੀਆ ਕਰੇ, ਚਾਹੇ ਆਪਣੇ ਸ਼ੌਕ ਨੂੰ ਜੇ ਉਹਨੇ ਪਗਾਉਣਾ ਹੈ ਤੇ ਉਹਨੂੰ ਫਿਰ ਜਿਹੜਾ ਹੈ ਸੈਕਰੀਫਾਈਸ ਥੋੜ੍ਹਾ ਬਹੁਤਾ ਕਰਨਾ ਹੀ ਪੈਂਦਾ ਹੈ। ਇਹ ਜ਼ਿੰਦਗੀ ਸਾਨੂੰ ਮਿਲੀ ਹੈ, ਕਿਸੇ ਨੇ ਸੌਂ ਕੇ ਪੈ ਕੇ ਕੱਟ ਦੇਣੀ ਹੈ ਨਾ, ਕਿਸੇ ਨੇ ਕੁਝ ਆਪਣੇ ਸ਼ੌਕ ਪਗਾਉਣ ਲਈ ਉਹਦੇ ਲਈ ਜਿਹੜੀ ਲੋੜੀਂਦੀ ਮਿਹਨਤ ਹੈ ਉਹ ਕਰਕੇ ਮਤਲਬ ਉਹ ਕਰਨੀ ਹੈ। ਸੋ ਮੈਂ ਆਪਣਾ ਜਿਹੜਾ ਟਾਈਮ ਹੈ ਸੌਣ ਪੈਣ ਵੱਲ ਘੱਟ ਦੇਖਿਆ
ਮੈਂ ਪੜ੍ਹਨ ਦੇ ਵਿੱਚ ਆਪਣੀ ਪੂਰੀ ਨਿਸ਼ਠਾ ਲਗਨ ਦੇ ਨਾਲ ਜਿਹੜਾ ਹੈ ਆਪਣੇ ਆਪ ਨੂੰ ਬਿਜ਼ੀ ਰੱਖਿਆ ਤੇ ਉਸ ਚੀਜ਼ ਨੇ ਕਿਤੇ ਨਾ ਕਿਤੇ ਇਦਾਂ ਦਾ ਜਿਹੜਾ ਅੰਦਰ ਚਾਨਣ ਪੈਦਾ ਮਤਲਬ ਕਰ ਹੋਇਆ ਵੀ ਹੈ, ਹੋ ਵੀ ਰਿਹਾ ਦਿਨ ਪਰ ਦਿਨ, ਤੇ ਉਸ ਦਾ ਜਿਹੜਾ ਹੈ ਮਤਲਬ ਕਿ ਬਦੌਲਤ ਮੈਂ ਆਪਣੇ ਸ਼ੌਕ ਨੂੰ ਆਪਣੇ ਪੇਸ਼ੇ ਦੇ ਨਾਲ ਜਿਹੜਾ ਹੈ ਉਹ ਜੋੜ ਕੇ ਇੱਕ ਸੰਤੁਲਿਤ ਅਵਸਥਾ ਦੇ ਵਿੱਚ ਲੈ ਕੇ ਆਉਂਦਾ ਹੈ, ਔਰ ਜਿਹਦੀ ਮੈਨੂੰ ਖੁਸ਼ੀ ਬਹੁਤ ਹੈ। ਮੈਂ ਤੇ ਮੇਰਾ ਪਰਿਵਾਰ ਇਸ ਤੋਂ ਖੁਸ਼ ਹੈ। ਮਤਲਬ ਇਹ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਵੀ ਸ਼ੌਂਕ ਨੇ ਜਿਹੜੇ ਬੰਦੇ ਨੂੰ, ਕਈ ਵਾਰ ਪਰਿਵਾਰ ਦਾ ਸਪੋਰਟ ਹੁੰਦਾ, ਕਈ ਵਾਰ ਨਹੀਂ ਹੁੰਦਾ ਜੀ। ਤੁਹਾਨੂੰ ਮਤਲਬ ਕਿੱਦਾਂ ਦਾ ਰਿਹਾ ਸਪੋਰਟ ਪਰਿਵਾਰ ਦਾ? ਦੇਖੋ ਸਟਾਰਟਿੰਗ ਦੇ ਵਿੱਚ ਇਹ ਹੈ ਵੀ ਜਦੋਂ ਮੇਰੇ ਮਾਤਾ ਪਿਤਾ ਜੀ ਜਿਉਂਦੇ ਸੀਗੇ, ਪਿਤਾ ਜੀ ਮੇਰੇ ਗਸਟਡ ਪੋਸਟ ਸੀਗੇ, ਬੈਂਕ ਮੈਨੇਜਰ ਸੀਗੇ, ਮਦਰ ਮੇਰੇ ਹਾਊਸ ਵਾਈਫ ਸੀਗੇ, ਉਹਨਾਂ ਨੂੰ ਜਦੋਂ ਲੱਗਣਾ ਵੀ ਇਹ ਕਾਫੀ ਮਤਲਬ ਆਪਣੇ ਮੇਨ ਜਿਹੜਾ ਹੈਗਾ ਉਹਦਾ ਪ੍ਰੋਫੈਸ਼ਨ ਤੋਂ ਹਟ ਕੇ ਜਿਹੜਾ ਹੈ ਐਕਸਟਰਾ ਪੜ੍ਹਦਾ ਹੈ ਜਾਂ ਕੋਈ ਲਿਖਦਾ ਹੈ, ਉਹ ਮਦਰ ਨੂੰ ਤਾਂ ਹੁੰਦਾ ਹੀ, ਉਹਨਾਂ ਨੇ ਕਹਿਣਾ ਬੇਟਾ ਵੀ ਤੇਰੀ ਸਿਹਤ ਖਰਾਬ ਹੋ ਜੂ, ਤੂੰ ਜ਼ਿਆਦਾ ਜ਼ੋਰ ਲਾਉਣਾ ਅੱਖ ਨਾ ਮਤਲਬ ਆਈ ਸਾਈਡ ਤੇ ਜਾਂ ਦਿਮਾਗ ਤੇ ਬਹੁਤ ਅਸਰ ਪੈਂਦਾ ਇਸ ਚੀਜ਼ ਦਾ, ਹੁੰਦਾ ਡੈਫੀਨੇਟਲੀ ਹੁੰਦਾ ਹੀ ਆ ਆਪਾਂ ਜਦੋਂ ਜ਼ਿਆਦਾ ਐਫਰਟਸ ਕਰਦੇ ਹਾਂ ਕਿਸੇ ਚੀਜ਼ ਤੇ ਨਾ ਜੀ। ਤੇ ਪਰ ਹੌਲੀ ਹੌਲੀ ਇੱਕ ਟਾਈਮ ਐਸਾ ਆਉਂਦਾ ਜਦੋਂ ਆਪਾਂ ਨੂੰ ਕੋਈ ਨਾ ਕੋਈ ਸਮਾਜ ਦੇ ਵਿੱਚ ਉਸ ਚੀਜ਼ ਦਾ ਮਾਣ ਮਿਲਦਾ ਹੈ, ਆਪਾਂ ਨੂੰ ਸ਼ਾਬਾਸ਼ੀ ਮਿਲਦੀ, ਆਪਣੀ ਸ਼ਲਾਘਾ ਹੁੰਦੀ ਹੈ, ਉਹ ਫਿਰ ਜਿਹੜੀ એનર્ਜੀ ਹੈ ਫਿਰ ਸਾਨੂੰ ਹੋਰ ਅੱਗੇ ਕੁਛ ਨਾ ਕੁਛ ਕਰਨ ਦਾ ਜਿਹੜਾ ਜਜ਼ਬਾ ਉਹ ਸਾਡੇ 'ਚ ਪੈਦਾ ਕਰਦੀ ਹੈ। ਤੇ ਜਦੋਂ ਮਾਪਿਆਂ ਨੂੰ ਔਰ ਸਾਡੇ ਪਰਿਵਾਰ ਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈ ਵੀ ਹਾਂ ਇਹਨਾਂ ਦਾ ਜਿਹੜਾ ਕੰਮ ਕੀਤਾ ਇਹਨੂੰ ਕਿਤੇ ਨਾ ਕਿਤੇ ਸ਼ਲਾਘਾ ਮਿਲ ਰਹੀ ਹੈ, ਇਹਦੀ ਸ਼ਨਾਖਤ ਹੋ ਰਹੀ ਹੈ ਮਤਲਬ ਸਮਾਜਿਕ ਪੱਧਰ ਦੇ ਉੱਪਰ, ਤੇ ਫਿਰ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਜ਼ਾਹਿਰ ਹੈ ਵੀ ਜਿਹੜੀ ਖੁਸ਼ੀ ਹੈ ਉਹਨਾਂ ਵਿੱਚ ਵੀ ਆਉਂਦੀ ਹੈ, ਤੇ ਉਹ ਖੁਸ਼ੀ ਜਿਹੜੀ ਸਾਨੂੰ ਇੱਕ ਸਪੋਰਟ ਦਾ ਜਿਹੜਾ ਹੈ ਕਾਰਨ ਬਣ ਜਾਂਦੀ ਹੈ। ਫਿਰ ਆਪਾਂ ਨੂੰ ਹੋਰ ਅੱਗੇ ਵਧਣ ਦੀ ਆਪਾਂ ਹਾਂਜੀ ਬਿਲਕੁਲ ਜੀ ਬਿਲਕੁਲ। ਜੇ ਮਤਲਬ ਜਿਵੇਂ ਹੁਣ ਤੁਸੀਂ ਲਿਖਦੇ ਹੋ ਜੀ, ਤੇ ਜੇ ਅਸੀਂ ਗੱਲ ਕਰੀਏ ਵੀ ਅੱਜ ਦੀ ਡੇਟ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਜੀ, ਸਾਹਿਤ ਦੀ ਗੱਲ ਕਰਦੇ ਹਾਂ ਜੀ, ਸਾਹਿਤ ਦਾ ਹੁਣ ਦਾ ਅੱਜ ਦੀ ਡੇਟ ਦੇ ਵਿੱਚ ਕੀ ਕੰਡੀਸ਼ਨ ਆ ਤੁਹਾਡੇ ਹਿਸਾਬ ਨਾਲ? ਸਾਹਿਤ ਦੇਖੋ ਮੈਂ ਤੇ ਕਹਿੰਦਾ ਮਤਲਬ ਕਿ ਜਿਹੜੇ ਮੇਰੇ ਆਪਣੇ ਨਿੱਜੀ ਖਿਆਲ ਨੇ, ਸਾਹਿਤ ਰਚਨਾ ਇੱਕ ਮਤਲਬ ਕਿ ਲਿਖਣਾ ਜਿਹੜਾ ਆਪਾਂ ਕਹਿੰਦੇ ਆ ਉਹ ਅਵਸਥਾ ਦਾ ਨਾਮ ਹੈ, ਕਿਉਂਕਿ ਇਨਸਾਨ ਇਹ ਜਿੱਦਾਂ ਇੱਕ ਸ਼ੇਰ ਹੈਗਾ ਕਿ ਸਾਰਾ ਸ਼ਬਾਬ ਕੈਸ ਨੇ सहरा को दे दिया, बाकी जो बचा था वो लैला को दे दिया, हम पर किसी का कर्ज नहीं बाकी रह गया है अब, दुनिया से जो मिला था दुनिया को दे दिया। ਇਹ ਜਿਹੜੇ ਸਾਹਿਤਕਾਰ ਲੋਕ ਨੇ, ਥੈਂਕ ਯੂ, ਸਾਹਿਤਕਾਰ ਲੋਕ ਨੇ, ਤੇ ਇਹ ਕੀ ਹੈ ਮਤਲਬ ਜੋ ਸਮਾਜ ਦੇ ਵਿੱਚ ਵਰਤਾਰੇ ਹੁੰਦੇ ਹੈ, ਜੋ ਆਪਣੇ ਅੱਖਾਂ ਨਾਲ ਵੇਖਦੇ ਹੈ ਜਾਂ ਮਹਿਸੂਸ ਕਰਦੇ ਹੈ, ਉਹਨਾਂ ਨੂੰ ਆਪਣੇ ਸ਼ਬਦਾਂ ਦੇ ਰੂਪ ਦੇ ਵਿੱਚ ਤਰਤੀਬਸ਼ੁਦਾ ਇੱਕ ਜਿਹੜੀ ਪੇਸ਼ਕਾਰੀ ਹੈ ਉਹ ਕਰਕੇ ਉਹ ਵਾਪਸ ਜਿਹੜਾ ਹੈ ਸਮਾਜ ਨੂੰ ਦੇ ਦਿੰਦੇ ਨੇ। ਮੇਰੀ ਨਜ਼ਰ ਦੇ ਵਿੱਚ ਸਾਹਿਤ ਬਹੁਤ ਉੱਚਾ ਮਕਾਮ ਹੈ, ਇਹ ਇੱਕ ਅਵਸਥਾ ਦਾ ਨਾਮ ਹੈ, ਤੇ ਅੱਜ ਕੱਲ੍ਹ ਜੋ ਹੋ ਰਿਹਾ ਅਜੋਕੇ ਯੁੱਗ ਦੇ ਵਿੱਚ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵੀ ਕਿਤੇ ਨਾ ਕਿਤੇ ਖਿਲਵਾੜ ਵੀ ਹੋ ਰਿਹਾ ਹੈ। ਬਹੁਤ ਸਾਰੇ ਇੱਦਾਂ ਦੇ ਸਾਡੇ ਸਾਹਿਤਕਾਰ ਜਿਹੜੇ ਅੱਗੇ ਆ ਰਹੇ ਨੇ ਜਿਨ੍ਹਾਂ ਨੇ ਬਿਲਕੁਲ ਜਿਹੜੀ ਮਿਹਨਤ ਉਹ ਕੀਤੀ ਨਹੀਂ ਹੁੰਦੀ, ਮਿਹਨਤ ਕੀਤੀ ਬਿਨਾ ਉਹ ਵੱਡਾ ਫਲ ਮਤਲਬ ਚਾਹੁੰਦੇ ਹੈ ਵੀ ਸਾਨੂੰ ਮਿਲੇ, ਸਾਨੂੰ ਮਾਣ ਸਨਮਾਨ ਮਿਲੇ। ਬਟ ਇਹਦੇ ਵਿੱਚ ਇਹਦੇ ਪੈਰਲਲ ਇੱਦਾਂ ਦੇ ਵੀ ਸਾਡੇ ਬਹੁਤ ਸਾਰੇ ਸਾਹਿਤਕਾਰ ਭੈਣ ਭਰਾ ਹੈਗੇ ਹੈ ਜਿਹੜੇ ਬਹੁਤ ਜ਼ਿਆਦਾ ਮਿਹਨਤ ਕਰਦੇ ਹੈ, ਜਿਨ੍ਹਾਂ ਨੇ ਕੋਈ ਨਾ ਕੋਈ ਉਸਤਾਦ ਗੁਰੂ ਧਾਰਿਆ ਹੁੰਦਾ ਹੈ, ਉਹਨਾਂ ਨੂੰ ਬਣਦਾ ਸਤਿਕਾਰ ਮਾਣ ਦੇ ਕੇ ਫਿਰ ਉਹ ਇਸ ਖਿੱਤੇ ਵਿੱਚ ਆਉਂਦੇ ਨੇ, ਤੇ ਫਿਰ ਉਹਨਾਂ ਦਾ ਜਿਹੜਾ ਮਾਣ ਹੈ ਉਹ ਆਪਾਂ ਸਾਰੇ ਉਸ ਚੀਜ਼ ਨੂੰ ਮਹਿਸੂਸ ਕਰਦੇ ਹਾਂ, ਤੇ ਇਦਾਂ ਦਾ ਕੁਛ ਰਲਮਾ ਮਿਲਾ ਜਿਹੜਾ ਹੈਗਾ ਉਹ ਚੱਲ ਰਿਹਾ ਸਾਹਿਤ ਦੇ ਵਿੱਚ। ਤੁਸੀਂ ਕਿਹਨਾਂ ਨੂੰ ਦੇਖ ਕੇ ਵੀ ਮੁਤਾਸਿਰ ਹੋਏ ਵੀ ਹਾਂਜੀ ਵੀ ਮੈਨੂੰ ਇਹਨਾਂ ਦੀ ਸ਼ੇਰੋ ਸ਼ਾਇਰੀ ਜਾਂ ਇਹਨਾਂ ਦੇ ਲਫ਼ਜ਼ ਜਾਂ ਬੋਲਣ ਦਾ ਅੰਦਾਜ਼ ਵਧੀਆ ਲੱਗਦਾ? ਮੈਂ ਬਜ਼ਾਤੇ ਸ਼ਾਇਰ ਦੀ ਗੱਲ ਕਰਾਂ, ਮੈਂ ਆਪਣੇ ਉਸਤਾਦ ਮੁਹਤਰਮ ਉਹ ਮਲੇਰਕੋਟਲਾ ਤੋਂ ਬਿਲੋਂਗ ਕਰਦੇ ਹਨ, ਉਹਨਾਂ ਦਾ ਨਾਮ ਹੈਗਾ ਜਨਾਬ ਅੰਜੁਮ ਕਾਦਰੀ ਜੀ, ਉਹਨਾਂ ਨੂੰ ਮੈਂ ਉਸਤਾਦ ਬਣਾਇਆ ਬਾਕਾਇਦਾ, ਤੇ ਉਹਨਾਂ ਤੋਂ ਮੈਂ ਉਹ ਸਿੱਖਿਆ ਇਹਦੇ ਵਿੱਚ ਜੋ ਮਤਲਬ ਮੇਰਾ ਜਿਹੜਾ ਖੇਤਰ ਗਜ਼ਲ ਦਾ ਹੈ ਜੀ। ਤੇ ਦੂਜੇ ਪਾਸੇ ਮਤਲਬ ਕਿ ਮੇਰੇ ਨਾਲ ਕੁਦਰਤ ਨੇ ਮਤਲਬ ਇਦਾਂ ਦਾ ਮਤਲਬ ਜਿੱਦਾਂ ਕਹਿੰਦੇ ਕਿਸੇ ਝੋਲੀ ਦੇ ਵਿੱਚ ਮੈਨੂੰ ਮਤਲਬ ਕਿ ਮੇਰੀ ਅਮੀਰ ਕਰ ਦਿੱਤੀ, ਮੇਰੀ ਇਦਾਂ ਦੇ ਮੋਤੀ ਜਿਹੜੇ ਹੈਗੇ ਨਾਯਾਬ ਮੈਨੂੰ ਮਿਲੇ। ਮਤਲਬ ਕਿ ਜਨਾਬ ਸਰਦਾਰ ਪੰਛੀ ਸਾਹਿਬ ਜੀ, ਸਰਦਾਰ ਪੰਛੀ ਸਾਹਿਬ ਉਹਨਾਂ ਦਾ ਆਗਮਨ ਇੱਥੇ ਖੰਨੇ ਹੋ ਗਿਆ, ਪਹਿਲਾਂ ਲੁਧਿਆਣੇ ਰਹਿੰਦੇ ਸੀਗੇ, ਵੈਸੇ ਬੇਸਿਕਲੀ ਉਹ ਪਾਕਿਸਤਾਨ ਨੂੰ ਬਿਲੋਂਗ ਕਰਦੇ ਆ। ਫਿਰ ਜਦੋਂ ਤੇ ਇੱਥੇ ਆਏ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਲਾਗੇ ਜਾ ਕੇ ਸੋ ਹੌਲੀ ਹੌਲੀ ਉਹਨਾਂ ਤੋਂ ਪ੍ਰਭਾਵਿਤ ਹੁੰਦੇ ਰਹੇ। ਤੇ ਉਸ ਤੋਂ ਇਲਾਵਾ ਵੀ ਮਤਲਬ ਜਿਨ੍ਹਾਂ ਸਾਹਿਤਕਾਰਾਂ ਨੇ ਸ਼ਾਇਰਾਂ ਨੇ ਬੜੀ ਮਿਹਨਤ ਕੀਤੀ, ਮੈਂ ਪਾਕਿਸਤਾਨ ਦੇ ਸ਼ਾਇਰ ਨੇ, ਆਪਣੇ ਹਿੰਦੁਸਤਾਨ ਦੇ ਸ਼ਾਇਰ ਨੇ, ਜਨਾਬ ਸ਼ਕੀਲ ਬਦਾਯੂਨੀ ਹੋ ਗਏ, ਆਪਣੇ ਫੈਜ਼ ਸਾਹਿਬ ਹੋ ਗਏ, ਅਹਿਮਦ ਫਰਾਜ਼ ਸਾਹਿਬ ਹੋ ਗਏ, ਮੈਂ ਕਿੰਨੇ ਕੁ ਨਾਮ ਲਵਾਂ, ਮਤਲਬ ਉਹ ਥੋੜ੍ਹੇ ਨੇ ਤੇ ਉਹਨਾਂ ਦੇ ਆਪਣੇ ਨਾਮ ਬਹੁਤ ਵੱਡੇ ਨੇ। ਸੋ ਮੈਂ ਤਾਂ ਉਹ ਹਰ ਇੱਕ ਉਹ ਸ਼ਖਸ ਜਿਨ੍ਹਾਂ ਨੇ ਦਿਲ ਤੋਂ ਖੁੱਭ ਕੇ ਲਿਖਿਆ, ਰੂਹ ਤੋਂ ਲਿਖਿਆ, ਰੂਹ ਤੱਕ ਉਤਰਨ ਵਾਲਾ ਲਿਖਿਆ, ਮੈਂ ਹਰ ਇੱਕ ਮਤਲਬ ਸ਼ਖਸ ਤੋਂ ਸਾਹਿਤਕਾਰ ਤੋਂ ਪ੍ਰਭਾਵਿਤ ਹਾਂ। ਭਾਜੀ ਜਿਵੇਂ ਕਿ ਤੁਸੀਂ ਪਹਿਲਾਂ ਦੱਸਿਆ ਵੀ ਜਿਹੜੀ ਤੁਹਾਡੀ ਪਹਿਲੀ ਪੁਸਤਕ ਆਈ ਸੀ ਉਹ ਉਰਦੂ ਦੇ ਵਿੱਚ ਸੀ ਜੀ, ਤੇ ਉਰਦੂ ਦੇ ਨਾਲ ਜੁੜਨ ਦਾ ਜਾਂ ਸਿੱਖਣ ਦਾ ਉਹ ਤੁਹਾਡਾ ਸਬੱਬ ਕਿਵੇਂ ਬਣਿਆ?
ਹਰੀਸ਼ ਜੀ, ਮੈਂ ਨਾ ਇੱਥੇ ਇੱਕ ਪਹਿਲਾਂ ਤਾਂ ਜਿਹੜਾ ਤੁਹਾਡਾ ਸਵਾਲ ਬਹੁਤ ਅੱਛਾ ਸਵਾਲ ਹੈ, ਮੈਂ ਇੱਥੇ ਗੱਲ ਕਲੀਅਰ ਕਰ ਦਿਆਂ। ਅਕਸਰ ਇਹ ਬੋਲਿਆ ਜਾਂਦਾ ਵੀ ਉਰਦੂ, ਐਕਚੁਅਲੀ ਉਰਦੂ ਨਹੀਂ ਹੁੰਦਾ, ਉਰਦੂ ਹੁੰਦਾ ਹੈ। ਰਾਰਾ ਹੀ ਬੋਲਣਾ ਹੁੰਦਾ, ਪਰ ਉਰਦੂ ਦਾ ਮਤਲਬ ਹੁੰਦਾ ਬਾਜ਼ਾਰ ਜਾਂ ਛਾਵਣੀ, ਜਿੱਥੇ ਵੱਖ-ਵੱਖ ਜਗ੍ਹਾ ਤੋਂ, ਅਲੱਗ-ਅਲੱਗ ਜਗ੍ਹਾ ਤੋਂ, ਹੈ ਨਾ, ਵੱਖ-ਵੱਖ ਖੇਤ ਤੋਂ ਜਗ੍ਹਾ ਤੋਂ ਫੌਜੀ ਆ ਕੇ ਵੱਸਦੇ ਆ, ਉਹ ਛਾਵਣੀ ਹੁੰਦੀ ਹੈ। ਤੇ ਜਿਹੜੀ ਉਹ ਲੈਂਗੁਏਜ ਦੇ ਵਿੱਚ ਆਪਸ ਗੱਲ ਕਰਦੇ ਕਿ ਇਦਾਂ ਦੀ ਜਿਹੜੀ ਲੈਂਗੁਏਜ ਬੋਲ ਚਾਲ ਬਣ ਜਾਂਦੀ ਹੈ, ਜ਼ਰੀਆ ਉਹਨਾਂ ਦਾ ਵੱਖ-ਵੱਖ ਜਗ੍ਹਾ ਤੋਂ ਆਏ ਹੁੰਦੇ ਨੇ ਨਾ, ਉਹਨੂੰ ਜਿਹੜਾ ਹੈ ਆਪਾਂ ਉਰਦੂ ਦਾ ਨਾਮ ਦਿੰਦੇ ਆ। ਜਾਂ ਬਾਜ਼ਾਰ 'ਚ ਵੱਖ-ਵੱਖ ਚੀਜ਼ਾਂ ਹੁੰਦੀਆਂ ਨੇ। ਸੋ ਇਹ ਕਾਫੀ ਸਾਰੀਆਂ ਭਾਸ਼ਾਵਾਂ ਦਾ ਸੁਮੇਲ ਵੀ ਸਾਡੇ ਹਿੰਦੁਸਤਾਨ ਦੀ ਇਹ ਵਿੱਚ ਇਹਦੀ ਪੈਦਾਇਸ਼ ਹੋਈ ਹੈ। ਤੇ ਦੂਜੀ ਗੱਲ ਜਿਹੜੀ ਹੈਗੀ ਕਿ ਉਰਦੂ ਭਾਸ਼ਾ ਨਾਲ ਜੁੜਨ ਦਾ ਜਾਂ ਸਿੱਖਣ ਦਾ ਸੁਭਾਅ ਮੇਰਾ ਇੱਦਾਂ ਬਣਿਆ ਕਿ ਇਹ 92-93 ਦੀ ਗੱਲ ਹੋਣੀ ਹੈ। ਮੇਰੇ ਫਾਦਰ ਸਾਹਿਬ ਉਦੋਂ ਬੰਗੇ ਉਹਨਾਂ ਦੀ ਪੋਸਟਿੰਗ ਸੀਗੀ ਤੇ ਮੈਂ ਮੈਡੀਕਲ ਸੀਗਾ ਉਦੋਂ +2 ਦੇ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ। ਤੇ ਅਸੀਂ ਮਤਲਬ ਮੁਹੱਲੇ ਦੇ ਕੁਝ ਬੱਚੇ ਜਿਹੜੇ ਹੈਗੇ ਆ ਉਹ ਖੇਡਣ ਜਾਂਦੇ ਸੀ, ਕ੍ਰਿਕਟ ਮੈਚ ਵਗੈਰਾ ਅਸੀਂ ਖੇਡਦੇ ਸੀਗੇ ਜੀ। ਤੇ ਜਿਹੜੇ ਅਸੀਂ ਗਰਾਊਂਡ 'ਚ ਜਾਂਦੇ ਸੀਗੇ, ਉਸ ਗਰਾਊਂਡ ਦੇ ਨਾਲ ਹੀ ਇੱਕ ਕਸ਼ਮੀਰੀ ਜਿਹੜੇ ਹੈਗੇ ਨੇ ਮੱਝਾਂ ਗਾਵਾਂ ਰੱਖਦੇ ਆ ਜੀ, ਉਹਨਾਂ ਦਾ ਡੇਰਾ ਹੁੰਦਾ ਸੀ। ਉਸ ਡੇਰੇ ਦੇ ਉੱਪਰ ਇੱਕ ਮੌਲਵੀ ਉਹਨਾਂ ਦੇ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਕੁਰਾਨ ਸ਼ਰੀਫ ਜਿਹੜੀ ਹੈ ਉਹਦਾ ਮਤਲਬ ਕਿ ਪੜ੍ਹਾਉਣ ਆਉਂਦਾ ਹੁੰਦਾ ਸੀਗਾ ਜੀ। ਤੇ ਉਸ ਮੌਲਵੀ ਸਾਹਿਬ ਕੋਲੇ ਉਹ ਜਦੋਂ ਪੜ੍ਹਦੇ ਹੁੰਦੇ ਸੀ ਬੱਚੇ, ਮੈਨੂੰ ਬੜਾ ਬਾਸਲੀਕਾ, ਜਦੋਂ ਬੈਠੇ ਹੁੰਦੇ ਸੀ ਪੜ੍ਹਦੇ ਹੁੰਦੇ ਸੀ, ਮੈਨੂੰ ਉਸ ਗੱਲ ਨੇ ਖਿੱਚਣਾ, ਉਸ ਮੰਜ਼ਰ ਨੇ ਖਿੱਚਣਾ, ਮੇਰਾ ਧਿਆਨ ਖੇਡ 'ਚ ਨਾ ਲੱਗਣਾ। ਮੈਂ ਉਹਨਾਂ ਕੋਲੇ ਫਿਰ ਬੇਨਤੀ ਕਰੀ ਜਾ ਕੇ ਇੱਕ ਦਿਨ ਜਗਦੇ ਜਿਹਨੇ ਮੌਲਵੀ ਸਾਹਿਬ ਕੋਲੇ ਕਿ ਮੌਲਵੀ ਸਾਹਿਬ ਮੈਂ ਉਰਦੂ ਸਿੱਖਣੀ ਹੈ, ਵੀ ਸ਼ਾਇਦ ਹੋ ਸਕਦਾ ਮੈਂ ਵੀ ਉਸ ਟਾਈਮ 'ਚ ਉਰਦੂ ਕਹਿ ਗਿਆ ਹੋਵਾਂ। ਤੇ ਮੈਂ ਉਹਨਾਂ ਕੋਲ ਆਪਣੀ ਜਦੋਂ ਬੇਨਤੀ ਕੀਤੀ ਜਾ ਕੇ, ਉਹਨਾਂ ਨੇ ਫਿਰ ਸੰਗਦੇ ਸੰਗਾਉਂਦੇ ਜਿਹਨੇ ਥੋੜ੍ਹਾ ਜਿਹਾ ਮੈਨੂੰ ਆਖਿਆ ਕਿ ਵੀ ਇਹ ਜਿਹੜਾ ਪਰਿਵਾਰ ਹੈ, ਮੈਂ ਇੱਦਾਂ ਨਹੀਂ ਅਲਾਉ ਕਰ ਸਕਦਾ ਤੁਹਾਨੂੰ, ਵੀ ਦੇਖਣਾ ਪੈਂਦਾ ਵੀ ਸਾਨੂੰ ਵੀ ਅਸੀਂ ਕਾਫੀ ਪਰਿਵਾਰਾਂ 'ਚ ਜਾਂਦੇ ਹਾਂ ਵੀ ਅਸੀਂ ਨਹੀਂ ਇੱਦਾਂ ਅਲਾਉ ਕਰਦੇ ਹੈਗੇ। ਮੈਂ ਉਹਨਾਂ ਨੂੰ ਫਿਰ ਥੋੜ੍ਹਾ ਜਿਹਾ ਜ਼ੋਰ ਦੇ ਕੇ ਬੇਨਤੀ ਕੀਤੀ ਕਿ ਮੇਰੇ ਪਿਤਾ ਜੀ ਬੈਂਕ ਅਧਿਕਾਰੀ ਹਨ, ਮੇਰਾ ਫਲਾਣੀ ਜਗ੍ਹਾ 'ਤੇ ਘਰ ਹੈ, ਤੁਸੀਂ ਮੇਰੇ ਬਾਰੇ ਪਤਾ ਕਰ ਸਕਦੇ ਹੋ, ਮੇਰੇ ਪਰਿਵਾਰ ਬਾਰੇ ਪਤਾ ਕਰ ਸਕਦੇ ਹੋ, ਜਾਂ ਮੈਂ ਆਪਣੇ ਪਿਤਾ ਜੀ ਨੂੰ ਲਿਆ ਕੇ ਉਹਨਾਂ ਨੂੰ ਮਤਲਬ ਤੁਹਾਡੇ ਹਜ਼ੂਰ ਕਰ ਦਿੰਦਾ, ਸਾਹਮਣੇ ਕਰ ਦਿੰਦਾ ਕਿ ਕਿਰਪਾ ਕਰਕੇ ਮੈਨੂੰ ਸਿਖਾਓ। ਤੇ ਬੜਾ ਹਾਸੇ ਦਾ ਵਾਕਿਆ ਹੋਇਆ। ਤੇ ਉਹਨਾਂ ਨੇ ਦੇਖਿਆ ਕਿ ਇਹ ਲੜਕਾ ਸਕੂਟਰ 'ਤੇ ਆਉਂਦਾ, ਨਵਾਂ ਮੈਂ ਵੀ ਸਕੂਟਰ ਸਿੱਖਿਆ, ਸਾਡੇ ਬਜਾਜ ਚੇਤਕ ਸਕੂਟਰ ਸੀਗਾ, ਵੀ ਮੈਂ ਸਕੂਟਰ 'ਤੇ ਆਉਂਦਾ ਤੇ ਬੜਾ ਮਤਲਬ ਕਿ ਈਜ਼ੀਲੀ ਚਲਾਉਂਦਾ ਇਹ ਸਕੂਟਰ ਨੂੰ। ਉਹ ਸਾਈਕਲ 'ਤੇ ਵੱਖ-ਵੱਖ ਜਿੱਥੇ ਵੀ ਜਿਨ੍ਹਾਂ ਨੂੰ ਸਿਖਾਉਣ ਜਾਂਦੇ ਸੀ ਕੁਰਾਨ ਸ਼ਰੀਫ, ਉਹ ਸਾਈਕਲ 'ਤੇ ਜਾਂਦੇ ਹੁੰਦੇ ਸੀ। ਉਹਨਾਂ ਦੀ ਤਮੰਨਾ ਸੀ ਕਿ ਮੈਂ ਸਕੂਟਰ ਲਵਾਂ, ਪਰ ਮੈਨੂੰ ਸਕੂਟਰ ਆਵੇ, ਪਹਿਲਾਂ ਮੈਂ ਸਿੱਖ ਲਾਂ। ਫਿਰ ਉਹਨਾਂ ਦੇ ਮਨ ਦੇ ਵਿੱਚ ਇਹ ਤਮੰਨਾ ਜਾਗੀ ਕਿ ਮੈਂ ਮਤਲਬ ਕਿ ਮੈਨੂੰ ਸਕੂਟਰ ਆਉਣਾ ਚਾਹੀਦਾ। ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਮੈਂ ਇੱਕ ਸ਼ਰਤ 'ਤੇ ਤੁਹਾਨੂੰ ਉਰਦੂ ਸਿਖਾਵਾਂਗਾ ਕਿ ਮੈਨੂੰ ਤੁਸੀਂ ਸਕੂਟਰ ਸਿਖਾ ਦਿਓ। ਫਿਰ ਹੋਇਆ ਇੰਝ ਚੱਲ ਕੇ ਮੈਂ ਉਹਨਾਂ ਨੂੰ ਸਕੂਟਰ ਉੱਥੇ ਨਾਲ ਦੇ ਗਰਾਊਂਡ 'ਚ ਸਿਖਾਉਣ ਸ਼ੁਰੂ ਕੀਤਾ। ਹੌਲੀ ਉਹਨਾਂ ਦੀ ਚੱਕ ਖੁੱਲ੍ਹਦੀ ਗਈ, ਨਾਲ ਉਧਰੋਂ ਫਿਰ ਉਹਨਾਂ ਨੇ ਮੈਨੂੰ ਮਤਲਬ ਕਿ ਪੜ੍ਹਾਉਣਾ ਸ਼ੁਰੂ ਕੀਤਾ। ਮੈਂ ਪਹਿਲਾਂ ਪ੍ਰਦੀਪ ਦੇ ਕਾਇਦੇ ਵਗੈਰਾ ਉਰਦੂ ਦੇ ਲੈ ਕੇ ਪੜ੍ਹਦਾ ਸੀ, ਬਟ ਜਦੋਂ ਕਹਿੰਦੇ ਗੁਰੂ ਬਿਨਾ ਗਤ ਨਹੀਂ, ਸ਼ਾਹ ਬਿਨਾ ਪਤ ਨਹੀਂ, ਤੇ ਉਹੀ ਗੱਲ ਮਤਲਬ ਮੈਂ ਤਾਂ ਸਮਝਦਾ ਕਿ ਉਹਨਾਂ ਨੇ ਜੋ ਦੱਸਿਆ ਹੌਲੀ ਫਿਰ ਮਤਲਬ ਕਿ ਮੁਸ਼ਤਾਕ ਆਲਮ ਉਹਨਾਂ ਦਾ ਨਾਮ ਸੀ, ਉਹ ਸਹਾਰਨਪੁਰ ਨੂੰ ਬਿਲੋਂਗ ਕਰਦੇ ਸੀਗੇ। ਤੇ ਬੜਾ ਫਿਰ ਹੌਲੀ ਸਾਡੇ ਵਿੱਚ ਵੀ ਨੇੜਤਾ ਵੱਧ ਗਈ ਤੇ ਉਹਨਾਂ ਨੇ ਮੈਨੂੰ ਪੜ੍ਹਾਉਣਾ ਸ਼ੁਰੂ ਕੀਤਾ। ਤੇ ਉਹ ਮੇਰਾ ਜਿਹੜਾ ਉਰਦੂ ਮਤਲਬ ਕਿ ਸਿੱਖਣ ਦਾ ਪਹਿਲਾ ਜਿਹੜਾ ਆਪਾਂ ਕਹਿ ਲਈਏ ਵੀ ਮਕਾਮ ਸੀਗਾ। ਉਸ ਤੋਂ ਬਾਅਦ ਫਿਰ ਚੱਲ ਮੈਂ ਪੜ੍ਹਾਈ ਪੂਰੀ ਕਰ ਲਈ ਤੇ ਮਤਲਬ ਆਫਟਰ ਕਹਿ ਲਓ ਮੇਰੀ ਮੈਰਿਜ, ਫਿਰ ਮੈਨੂੰ ਇੱਕ ਸਬੱਬ ਹੋਰ ਮਿਲਿਆ। ਮੈਂ ਮੰਡੀ ਅਹਿਮਦਗੜ੍ਹ ਦੇ ਵਿੱਚ ਜਦੋਂ ਮੇਰੇ ਮਿਸਿਸ ਦੀ ਉਹਨਾਂ ਦੀ ਪੋਸਟਿੰਗ ਹੋਈ ਤੇ ਅਸੀਂ ਉੱਥੇ ਰਹਿ ਰਹੇ ਸੀਗੇ। ਤੇ ਉੱਥੇ ਨੂਰਾਨੀ ਮਸਜਿਦ ਹੈਗੀ, ਨੂਰਾਨੀ ਮਸਜਿਦ ਦੇ ਜਿਹੜੇ ਇਮਾਮ ਸਾਹਿਬ ਮੁਮਸ਼ਾਦ ਜੀ ਹੈ ਨਾ, ਤੇ ਉਹ ਰੁੜਕੀ ਨੂੰ ਬਿਲੋਂਗ ਕਰਦੇ ਹੈਗੇ। ਮੈਂ ਉਹਨਾਂ ਕੋਲ ਜਾ ਕੇ ਬੇਨਤੀ ਕਰੀ ਤੇ ਰਹਿੰਦਾ ਖੁੰਦਾ ਜਿਹੜੀ ਆਪਣੀ ਜੱਕ ਉੱਥੇ ਕੱਢੀ। ਉਹ ਕਾਫੀ ਗਿਆਨ ਰੱਖਦੇ ਸੀਗੇ ਇਸ ਚੀਜ਼ ਦਾ, ਤੇ ਨਾਲ ਉਹਨਾਂ ਨੇ ਮੈਨੂੰ ਹੋਰ ਚੰਗੀਆਂ ਗੱਲਾਂ ਕੁਰਾਨ ਸ਼ਰੀਫ ਦੇ ਹਵਾਲੇ ਤੋਂ, ਹੋਰ ਮਤਲਬ ਕਿ ਜਿਹੜਾ ਹਦੀਸਾਂ ਦੇ ਹਵਾਲੇ ਤੋਂ, ਜਾਂ ਹੋਰ ਆਪਾਂ ਕਹਿ ਲਈਏ ਚੰਗੀਆਂ ਗੱਲਾਂ ਵੱਡਿਆਂ ਕੋਲ ਜਿਹੜੇ ਤਜਰਬੇ ਹੁਨਰ ਹੁੰਦੇ ਆ, ਮੈਨੂੰ ਸਿਖਾਉਣੇ। ਨਾਲ ਫਿਰ ਉਰਦੂ ਭਾਸ਼ਾ 'ਚ ਜਿਹੜੀ ਮੈਂ ਪਰਪੱਕਤਾ ਨਹੀਂ ਕਹਾਂਗਾ, ਬਟ ਜਿੰਨੀ ਕਿ ਮੈਂ ਸਿੱਖੀ ਹੈ, ਫਿਰ ਇੱਦਾਂ ਮਤਲਬ ਜਿਹੜਾ ਮੇਰਾ ਉਹ ਸਫ਼ਰ ਇਹ ਰਿਹਾ। ਤੇ ਮੈਂ ਹੁਣ ਵੀ ਬਾਕੀ ਪੜ੍ਹਦਾ, ਅਭਿਆਸ ਕਰਦਾ, ਤੇ ਉਹਦੇ ਨਾਲ ਫਿਰ ਹੌਲੀ ਨਿਖਾਰ ਆਉਂਦਾ ਹੈ, ਪੜ੍ਹਨ ਨਾਲ ਹੀ ਨਿਖਾਰ ਆਉਂਦਾ ਹੈ। ਤੇ ਇਹ ਮੇਰਾ ਜਿਹੜਾ ਹੈਗਾ ਉਰਦੂ ਨਾਲ ਜੁੜਨ ਦਾ ਜਿਹੜਾ ਸਬੱਬ ਇਹ ਰਿਹਾ। ਯਾਨੀ ਤੁਸੀਂ ਜਿਹਨਾਂ ਨੇ ਤੁਹਾਨੂੰ ਉਰਦੂ ਸਿਖਾਈ, ਤੁਸੀਂ ਉਹਨਾਂ ਦੀ ਸਕੂਟਰ ਦੀ ਜੱਕ ਖੋਲ੍ਹਤੀ? ਮੈਂ ਉਹਨਾਂ ਦੀ, ਹਾਂਜੀ, ਸਕੂਟਰ ਮੈਂ ਉਹਨਾਂ ਨੂੰ ਖੋਲ੍ਹ, ਕਿਉਂਕਿ ਜੱਕਦੇ ਸੀਗੇ ਪਹਿਲਾਂ, ਸਾਈਕਲ 'ਤੇ ਹੁੰਦੇ ਸੀਗੇ। ਹੌਲੀ ਮੈਂ ਉਹਨਾਂ ਨੂੰ ਇੰਨਾ ਪਰਪੱਕ ਕਰ ਦਿੱਤਾ ਵੀ ਉਹਨਾਂ ਨੇ ਸਕੂਟਰ ਖਰੀਦ ਵੀ ਲਿਆ ਫਿਰ ਇੱਕ, ਤੇ ਆਪਣੀ ਹੈਸੀਅਤ ਦੇ ਮੁਤਾਬਿਕ, ਤੇ ਉਹਨਾਂ ਦਾ ਕੰਮ ਸੌਖਾ ਹੋ ਗਿਆ। ਇੱਧਰੋਂ ਮੈਂ ਵੀ ਕਾਫੀ ਹੱਦ ਤੱਕ ਸਿੱਖ ਗਿਆ, ਐਲਫਾਬੈਟ ਸਿੱਖ ਲਏ ਉਰਦੂ ਦੇ, ਉਹਨਾਂ ਨੂੰ ਜੋੜ ਕੇ ਲਿਖਣਾ ਸ਼ਬਦਾਂ ਨੂੰ, ਕਿ ਮਤਲਬ ਕਿ ਆਹ ਕਿੱਦਾਂ ਸ਼ਬਦ ਜੋੜ ਬਣਦਾ ਹੈ, ਜਾਂ ਹਾਏ ਮਖਲੂਤ ਕੀ ਹੁੰਦੀ ਹੈ,
ਅਸੀਂ ਜਿਹੜਾ ਦੋ ਚਸ਼ਮੀ ਹੈ ਜੋੜ ਕੇ ਅਸੀਂ ਸ਼ਬਦ ਨੂੰ ਕਿਵੇਂ ਬਣਾਉਂਦੇ ਆ। ਮੰਨ ਲਓ ਮੇਰੇ ਨਾਮ ਹੈ ਨਾ, ਉਹ ਧੱਦੇ ਤੋਂ ਪੈਂਦਾ, ਧੱਦਾ ਅਲਫਾਬੈਟ ਉਰਦੂ 'ਚ ਹੈ ਹੀ ਨਹੀਂ, ਉਰਦੂ ਅਲਫਾਬੈਟ ਨਹੀਂ, ਅਸੀਂ ਬਣਾਉਣਾ ਪੈਂਦਾ। ਦਾਲ ਦੇ ਵਿੱਚ ਦੋ ਚਸ਼ਮੀ ਹੇ ਲਾ ਕੇ ਫਿਰ ਧ ਬਣਦਾ, ਜਿਵੇਂ ਧਨੁਸ਼ ਲਿਖਣਾ ਹੋਵੇ, ਧਰਮਿੰਦਰ ਲਿਖਣਾ ਹੋਵੇ। ਇੱਦਾਂ ਫਿਰ ਕਾਫੀ ਸਾਰੇ ਬਰੀਕੀਆਂ ਦੇ ਵਿੱਚ ਹੁੰਦੀਆਂ ਨੇ, ਕਿਉਂਕਿ ਲੈਂਗੁਏਜ ਤਾਂ ਲੈਂਗੁਏਜ ਹੈ। ਤੇ ਇੱਕ ਬਹੁਤ ਹੋਰ ਮੈਂ ਤੁਹਾਨੂੰ ਮਤਲਬ ਕਿ ਇੰਟਰਸਟਿੰਗ ਜਿਹੜੀ ਗੱਲ ਉਹ ਸ਼ੇਅਰ ਕਰਦਾ। ਫਿਰ ਮੈਨੂੰ ਮੌਕਾ ਮਿਲਿਆ ਕਿ ਉਰਦੂ ਦਾ ਸਰਟੀਫਿਕੇਟ ਕੋਰਸ ਕਰਨ ਦਾ ਜੀ, ਤੇ ਉਹਦੇ ਲਈ ਫਿਰ ਮੈਂ ਪਹੁੰਚਿਆ ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਆਪਣੇ ਮਲੇਰਕੋਟਲਾ। ਉੱਥੇ ਮੈਡਮ ਡਾਕਟਰ ਬੀਨਾ ਸ਼ਬਨਮ ਹੈਗੇ ਨੇ, ਹੈੱਡ ਆਫ ਦੀ ਡਿਪਾਰਟਮੈਂਟ ਨੇ, ਮੇਰੇ ਬਹੁਤ ਹੀ ਜ਼ਿਆਦਾ ਸਤਿਕਾਰਯੋਗ ਨੇ ਉਹ, ਤੇ ਉਹਨਾਂ ਨੇ ਮੈਨੂੰ ਗਾਈਡ ਕੀਤਾ। ਉੱਥੇ ਜਾ ਕੇ ਫਿਰ ਮੈਂ ਮਤਲਬ ਹੋਰ ਜਿੰਨੀ ਕੁ ਮਤਲਬ ਸਿੱਖ ਸਕਦਾ ਉਹ ਵੀ ਸਿੱਖੀ। ਨਾਲ ਦੀ ਨਾਲ ਫਿਰ ਮੈਨੂੰ ਮੌਕਾ ਮਿਲਿਆ ਪਰਸ਼ੀਅਨ ਜ਼ਬਾਨ ਦਾ, ਫਾਰਸੀ ਜ਼ਬਾਨ ਦਾ। ਉਹ ਕਹਿੰਦੇ ਤੁਸੀਂ ਕਰ ਸਕਦੇ ਹੋ। ਮੈਂ ਫਿਰ ਫਾਰਸੀ ਜਿਹੜੀ ਸੀਗੀ ਭਾਸ਼ਾ ਦਾ ਉਹ ਵੀ 1 ਸਾਲ ਦਾ ਸਰਟੀਫਿਕੇਟ ਕੋਰਸ ਕੀਤਾ। ਨਾਲ ਦੀ ਨਾਲ ਫਿਰ ਮੈਨੂੰ ਆਫਰ ਮਿਲੀ ਅਰਬੀ ਜ਼ਬਾਨ ਦਾ, ਉਹ ਵੀ ਮੈਂ ਫਿਰ 1 ਸਾਲ ਦਾ ਕੀਤਾ। ਫਿਰ ਮੈਨੂੰ ਮਤਲਬ ਉਹਨਾਂ ਨੇ ਹੋਰ ਹੱਲਾਸ਼ੇਰੀ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮਤਲਬ ਪਰਸ਼ੀਅਨ ਜ਼ਬਾਨ ਦੇ ਵਿੱਚ MA ਕਰੋ। ਫਿਰ ਮੈਂ ਉੱਧਰ ਪੈ ਗਿਆ ਜੀ। ਹੁਣ ਹੌਲੀ ਹੌਲੀ ਇੰਨਾ ਕੁ ਮਤਲਬ ਅੰਦਰ ਚੰਗਾ ਲੱਗਦਾ ਹੈਗਾ ਕਿ ਭਾਸ਼ਾਈ ਜਿਹੜੀ ਪੁਖਤਗੀ ਹੈਗੀ ਹੈ ਉਹ ਹੌਲੀ ਹੌਲੀ ਪੜ੍ਹ ਕੇ ਇਹਨਾਂ ਚੀਜ਼ਾਂ ਨਾਲ ਆਉਂਦੀ ਹੈ। ਬੜਾ ਮਨ ਇਸ ਚੀਜ਼ ਨਾਲ ਸਕੂਨ ਫੀਲ ਕਰਦਾ ਹੈ। ਬਾਕੀ ਮਿਹਨਤ ਹੈ ਉਹ ਜਾਰੀ ਹੈ ਜੀ। ਸੋ ਯਾਨੀ ਜਿਹੜਾ ਤੁਹਾਡਾ ਬਜਾਜ ਚੇਤਕ ਸਕੂਟਰ ਸਿੱਖਿਆ ਹੋਇਆ ਜੀ, ਤੁਹਾਡੀ ਉਰਦੂ ਦੇ ਰਾਹ, ਫਾਰਸੀ ਦੇ ਰਾਹ, ਉਹਨੇ ਮੇਰਾ ਰਾਹ ਸੌਖਾ ਕਰਤਾ ਜੀ। ਉਸ ਚੀਜ਼ ਦੇ ਮੇਰਾ ਹੁਨਰ ਉਹ ਜੇ ਮੈਂ ਸਿੱਖਿਆ ਸੀ ਉਹਨੇ ਮੈਨੂੰ ਕਾਫੀ ਕੁਝ ਸਿਖਾਤਾ। ਮੇਰੀ ਹੈਲਪ ਹੋ ਗਈ। ਮੈਂ ਸਮਝਦਾ ਇੱਕ ਅਜੀਬ ਜਿਹਾ ਇਨਸੀਡੈਂਟ ਸੀਗਾ ਇਹ ਮੇਰੀ ਲਾਈਫ ਦੇ ਵਿੱਚ, ਬਹੁਤ ਚੰਗਾ ਲੱਗਿਆ ਜੀ। ਤੇ ਕੋਈ ਤੁਹਾਡੀ ਪਸੰਦੀਦਾ ਸ਼ੇਅਰ ਜਾਂ ਗਜ਼ਲ ਜਿਹੜਾ ਤੁਸੀਂ ਹੁਣ ਸਾਡੇ ਨਾਲ ਸ਼ੇਅਰ ਕਰਨਾ ਚਾਹੋ? ਗਜ਼ਲ ਮੈਂ ਇੱਕ ਗਜ਼ਲ ਲਿਖੀ ਸੀ, ਸਟਾਰਟਿੰਗ ਮੇਰੀ ਇੱਕ ਬੁੱਕ ਆਈ ਸੀਗੀ ਸੌਗਾਤ ਸੁਖਨ ਜੀ, ਉਹ ਉਰਦੂ ਦੇ ਵਿੱਚ ਸੀਗੀ। ਉਸ ਤੋਂ ਬਾਅਦ ਉਹ ਬੁੱਕ ਫਿਰ ਮੈਂ ਆਪਣੇ ਮਤਲਬ ਕਿ ਜਦੋਂ ਸੋਚਿਆ ਕਿ ਕਾਫੀ ਮੇਰਾ ਜਿਹੜਾ ਖੇਤਰ ਹੈ ਉਹ ਹਿੰਦੀ ਔਰ ਪੰਜਾਬੀ ਭੈਣ ਭਰਾਵਾਂ ਨਾਲ ਜੁੜਿਆ ਹੋਇਆ, ਮੂਲ ਰੂਪ ਦੇ ਵਿੱਚ ਪੰਜਾਬੀ ਹਾਂ, ਤਾਂ ਫਿਰ ਮੈਂ ਦੇਵਨਾਗਰੀ ਲਿਪੀ ਦੇ ਵਿੱਚ ਵੀ ਉਹ ਕਿਤਾਬ ਛਪਾਈ। ਉਸ ਕਿਤਾਬ ਦਾ ਜਿਹੜਾ ਉਨਵਾਨ ਹੈ, ਨਾਮ ਉਹ ਹੈਗਾ ਸੌਗਾਤ ਸੁਖਨ। ਉਸ ਬੁੱਕ ਦੇ ਵਿੱਚ ਇੱਕ ਗਜ਼ਲ कि अगर हम सफ़र तो हमारा न होता, अगर हम सफ़र तो हमारा न होता, शरारों पे चलना गवारा न होता, अगर तूने हंसकर पुकारा न होता, बुलंदी पे इतना सितारा न होता, बुलंदी पे इतना सितारा न होता, सुखनवर कभी यूं गज़ल कह न पाते, सुखनवर कभी यूं गज़ल कह न पाते, वो मासूम चेहरा जो प्यारा न होता, और कहाँ भूल पाता ज़माने को शाहिद, हुआ तेरी आँख का अगर इशारा ना होता, हुआ तेरी आँख का अगर इशारा ना होता। ਬਹੁਤ ਵਧੀਆ, ਬਹੁਤ ਵਧੀਆ। ਇਹ ਜਿੱਦਾਂ ਸ਼ਾਹਿਦ ਕਿੱਦਾਂ ਤੁਹਾਡਾ ਘਰ ਦਾ ਨਾਮ ਜਾਂ ਕੀ ਤਖੱਲਸ ਜੁੜਿਆ ਨਾਲ ਜੀ? ਨਹੀਂ ਹਰੀਸ਼ ਜੀ, ਸਾਹਿਤਕ ਖੇਤਰ ਦੇ ਵਿੱਚ ਇੱਕ ਜਿਹੜੀ ਨਾ ਪ੍ਰਚਲਿਤ ਗੱਲ ਹੈਗੀ ਕਿ ਤਖੱਲਸ ਰੱਖਣਾ ਜੀ। ਤਖੱਲਸ ਯਾਨੀ ਇੱਕ ਤੇ ਸ਼ਬਦ ਹੁੰਦਾ ਲਕਬ ਜੋ ਤੁਹਾਨੂੰ ਦੁਨੀਆ ਆਪ ਜਿਹੜੀ ਮਤਲਬ ਨਾਮ ਨਾਲ ਨਵਾਜ਼ਦੀ ਹੈ। ਇੱਕ ਤਖੱਲਸ ਹੁੰਦਾ ਜਿਹੜੇ ਸਾਹਿਤਕਾਰ ਲੋਕ ਹੈਗੇ ਆ, ਜਿਹੜੇ ਸਾਹਿਤਕਾਰ, ਮੈਂ ਤੇ ਆਪਣੇ ਆਪ ਨੂੰ ਸਾਹਿਤਕਾਰ ਨਹੀਂ ਮੰਨਦਾ, ਪਰ ਸਾਹਿਤਕ ਖੇਤਰ ਦੇ ਵਿੱਚ ਇਹ ਗੱਲ ਹੈਗੀ ਕਿ ਤਖੱਲਸ ਕੁਝ ਅਲੱਗ ਜਿਹੜੀ ਹੈਗੀ ਆ, ਨਾਮ ਆਪਣੇ ਨਾਮ ਤੋਂ ਇਲਾਵਾ ਜਿਹੜਾ ਨਾਮ ਰੱਖ ਲੈਣਾ, ਤੇ ਕਲਮੀ ਆਪਣੇ ਸਾਹਿਤਕ ਖੇਤਰ ਦੇ ਲਈ ਉਹਨੂੰ ਕਲਮੀ ਨਾਮ ਕਹਿੰਦੇ ਨੇ। ਮੇਰਾ ਨਾਮ ਜਿਹੜਾ ਹੈਗਾ ਧਰਮਿੰਦਰ ਸ਼ਾਹਿਦ, ਤੇ ਇਹ ਜਿਹੜਾ ਨਾਮ ਹੈਗਾ ਮੈਨੂੰ ਤਖੱਲਸ ਮਿਲਿਆ ਮੇਰੇ ਗੁਰੂਵਰ ਜਨਾਬ ਅੰਜੁਮ ਕਾਦਰੀ ਵੱਲੋਂ। ਤਾਂ ਔਰ ਮੈਂ ਆਪਣਾ ਸ਼ਹਿਰ ਖੰਨਾ, ਇਹਨੂੰ ਵੀ ਮੈਂ ਕਦੇ ਆਪਣੇ ਆਪ ਨਾਲੋਂ ਵੱਖ ਨਹੀਂ ਕੀਤਾ। ਇਸ ਕਰਕੇ ਜਿਹੜਾ ਮੇਰਾ ਕਲਮੀ ਨਾਮ ਹੈਗਾ ਉਹ ਧਰਮਿੰਦਰ ਸ਼ਾਹਿਦ ਖੰਨਾ ਹੈ। ਠੀਕ ਹੈ। ਤੇ ਤੁਹਾਡੇ ਜੇ ਆਪਾਂ ਸ਼ੁਰੂ ਤੋਂ ਹੀ ਤੁਸੀਂ ਖੰਨੇ ਦੇ ਰਹਿਣ ਵਾਲੇ ਹੋ ਜਾਂ ਕਿਸੇ ਪਿੰਡ ਤੋਂ? ਨਹੀਂ, ਬੇਸਿਕਲੀ ਸਰ ਮੇਰਾ ਡਿਸਟ੍ਰਿਕਟ ਹੈਗਾ ਜੀ ਪਟਿਆਲਾ। ਅੱਛਾ ਜੀ। ਨਾਭਾ ਤਹਿਸੀਲ ਦੇ ਅੰਡਰ ਮੇਰਾ ਪਿੰਡ ਹੈਗਾ ਟੋਡਰਵਾਲ, ਤੇ ਉਸ ਪਿੰਡ ਦਾ ਉਹ ਮੇਰਾ ਪਿੰਡ ਹੈ। ਤੇ ਜਨਮ ਮੇਰਾ ਹੋਇਆ ਉਹ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਪਿੰਡ ਪੈਂਦਾ ਚੌਂਦਾ, ਕਾਫੀ ਨਾਮਵਰ ਪਿੰਡ ਹੈ ਚੌਂਦਾ, ਤੇ ਉੱਥੇ ਮੇਰੇ ਮਤਲਬ ਕਿ ਨਾਨਕਾ ਘਰ ਹੈਗਾ, ਤੇ ਉਸ ਪਿੰਡ ਦੇ ਵਿੱਚ ਮੇਰਾ ਜਨਮ ਹੋਇਆ। ਤੇ ਪਿਤਾ ਜੀ ਜਿਹੜੇ ਪਹਿਲਾਂ ਮੇਰੇ ਸਨ 1980 ਤੋਂ ਪਹਿਲਾਂ ਉਹ ਅਧਿਆਪਨ ਦੇ ਪੇਸ਼ੇ ਦੇ ਵਿੱਚ ਸਨ, ਤੇ ਉਸ ਤੋਂ ਬਾਅਦ ਫਿਰ 80 ਤੋਂ ਬਾਅਦ ਫਿਰ ਉਹ ਬੈਂਕ ਦੇ ਵਿੱਚ ਆ ਗਏ। ਤੇ ਇਸ ਕਰਕੇ ਜਿੱਦਾਂ ਜਿੱਦਾਂ ਪਿਤਾ ਜੀ ਦੀ ਜਿੱਥੇ ਜੌਬ ਰਹੀ ਤੇ ਉੱਥੇ ਫਿਰ ਸਾਡਾ ਜਿਹੜਾ ਵਸੇਬਾ ਹੁੰਦਾ ਰਿਹਾ, ਤੇ ਹੁਣ ਸਥਾਈ ਰੂਪ ਦੇ ਵਿੱਚ ਜਿਹੜਾ ਸਾਡਾ ਵਸੇਬਾ ਹੈਗਾ ਉਹ ਖੰਨੇ ਦੇ ਵਿੱਚ ਹੀ ਹੈ। ਤੇ ਇੱਥੇ ਹੀ ਜਿਹੜਾ ਹੈਗਾ ਅਸੀਂ ਰਹਿ ਰਹੇ ਹਾਂ ਆਪਣੇ ਪਰਿਵਾਰ ਸਮੇਤ, ਛੋਟੀਆਂ ਛੋਟੀਆਂ ਖੁਸ਼ੀਆਂ ਦੇ ਨਾਲ ਜਿਹੜਾ ਹੈਗਾ ਤੁਹਾਡੇ ਵਰਗੇ ਭੈਣ ਭਰਾਵਾਂ ਦੀਆਂ ਅਸੀਸਾਂ ਦੁਆਵਾਂ ਦੇ ਨਾਲ ਜ਼ਿੰਦਗੀ ਬਸਰ ਹੋ ਰਹੀ ਹੈ। ਉਹ ਕਹਿੰਦੇ ਨੇ ਵੀ ਛੋਟੀ ਛੋਟੀ ਖੁਸ਼ੀ ਨਾਲ ਖੁਸ਼ਹਾਲੀ ਬਣ ਜਾਂਦੀ ਹੈ, ਦੀਵਾ ਵਾਲੀ ਹੈ, ਦੀਵਾਲੀ ਬਣ ਜਾਂਦੀ ਹੈ।
ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਤੁਹਾਡੀਆਂ ਹੁਣ ਤੱਕ ਕਿੰਨੀਆਂ ਜਿਹੜੀਆਂ ਕਿਤਾਬਾਂ ਆ ਚੁੱਕੀਆਂ, ਆਪਾਂ ਆਉਣ ਵਾਲੇ ਸਮੇਂ 'ਚ ਕਿੰਨੀਆਂ ਦੇਖ ਸਕਦੇ ਹਾਂ? ਹੁਣ ਤੱਕ ਜੀ ਮੇਰੀਆਂ ਜਿਹੜੀਆਂ 8 ਕਿਤਾਬਾਂ ਆ ਚੁੱਕੀਆਂ ਨੇ ਜੀ ਜਿਹਦੇ ਵਿੱਚੋਂ 2 ਤਾਂ ਮੇਰੇ ਬਾਲ ਸਾਹਿਤ ਨੇ ਜੀ ਤੇ ਉਸ ਤੋਂ ਇਲਾਵਾ ਇੱਕ ਮੈਂ ਦੱਸਿਆ ਜਿਵੇਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿ ਮੇਰੀ ਬੁੱਕ ਆਈ ਸੀ ਇੱਕ ਉਰਦੂ ਗਜ਼ਲ ਦੀ ਹਾਂਜੀ ਸੌਗਾਤੇ ਸੁਖਨ, ਫਿਰ ਉਹੀ ਕਿਤਾਬ ਦੇਵਨਾਗਰੀ ਲਿਪੀ ਦੇ ਵਿੱਚ ਮੈਂ ਛਪਵਾਈ। ਜੀ ਉਸ ਤੋਂ ਬਾਅਦ ਇੱਕ ਗਜ਼ਲ ਸੰਗ੍ਰਹਿ ਪੰਜਾਬੀ ਮੂਲ ਰੂਪ ਦੇ ਵਿੱਚ ਮੇਰਾ ਆਇਆ ਨਾਸੂਰ, ਜੀ ਤੇ ਨਾਸੂਰ ਤੋਂ ਬਾਅਦ ਫਿਰ ਇੱਕ ਬੁੱਕ ਸੀਗੀ ਆਬੋ ਹਵਾ ਪੰਜਾਬੀ ਗਜ਼ਲ ਸੰਗ੍ਰਹਿ, ਜੀ ਉਸ ਤੋਂ ਬਾਅਦ ਫਿਰ ਪੰਜਾਬੀ ਗਜ਼ਲ ਸੰਗ੍ਰਹਿ ਮਨ ਦੀ ਬੁਲਬੁਲ, ਤੇ ਫਿਰ ਪੰਜਾਬੀ ਗਜ਼ਲ ਸੰਗ੍ਰਹਿ ਅਤਰਦਾਨੀ। ਫਿਰ ਮੈਂ ਇੱਕ ਆਪਣੇ ਹਿੰਦੁਸਤਾਨ ਆਪਣੇ ਜਨਾਬ ਕ੍ਰਿਸ਼ਨ ਚੰਦਰ ਜੀ ਬਹੁਤ ਵੱਡੇ ਜਿਹੜੇ ਨਾਵਲਿਸਟ ਹੋਏ ਨੇ, ਵੱਡਾ ਉਹਨਾਂ ਦਾ ਨਾਮ ਹੈ, ਤੇ ਉਹਨਾਂ ਵੱਲੋਂ ਉਹਨਾਂ ਦਾ ਇੱਕ ਨਾਵਲ ਹੈਗਾ ਇੱਕ ਔਰਤ ਹਜ਼ਾਰ ਦੀਵਾਨੇ, ਉਰਦੂ ਦੇ ਵਿੱਚ ਹੈ ਮੂਲ ਰੂਪ ਦੇ ਵਿੱਚ। ਮੈਂ ਉਸ ਨਾਵਲ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ। ਜੀ ਉਹਨਾਂ ਦੇ ਇੱਕ ਨਾਵਲ ਹੈਗਾ ਮਤਲਬ ਕਿ ਸ਼ਿਕਸਤ, ਤੇ ਉਹ ਸ਼ਿਕਸਤ ਜਿਹੜਾ ਹੈਗਾ ਛਪਾਈ ਦੀ ਉਹ ਵੀ ਮੈਂ ਕਰ ਚੁੱਕਿਆ ਹੈਗਾ। ਤੇ ਜੌਨ ਏਲੀਅਸ ਸਾਹਿਬ ਉਹਨਾਂ ਦਾ ਸ਼ਾਇਦ ਬੁੱਕ ਸੀ ਬੜੀ ਮਸ਼ਹੂਰ, ਉਹਨਾਂ ਦੀ ਕਿਤਾਬ ਹੋਈ, ਉਹਦਾ ਲਿਪੀ ਅੰਤਰ ਉਹ ਵੀ ਮਤਲਬ ਕਿ ਬੜੀ ਜਲਦੀ ਪਾਠਕਾਂ ਦੇ ਰੂਬਰੂ ਹੋਵੇਗਾ। 2 ਗਜ਼ਲ ਸੰਗ੍ਰਹਿ, 2 ਮੇਰੇ ਬਾਲ ਸਾਹਿਤ ਜਿਹੜੇ ਹੈਗੇ ਬਾਲ ਗੀਤਾਂ ਦੀਆਂ ਪੁਸਤਕਾਂ ਹੈਗੀਆਂ ਨੇ। ਪਹਿਲੀ ਮੇਰੀ ਕਿਤਾਬ ਸੀਗੀ ਬਾਲ ਪਿਆਰੇ ਜੀ ਔਰ ਉਹਨੂੰ ਬੜਾ ਪਿਆਰ ਮਿਲਿਆ। ਦੂਜੀ ਕਿਤਾਬ ਖਰਗੋਸ਼ ਪਿਆਰਾ, ਉਹਨੂੰ ਵੀ ਬਹੁਤ ਪਿਆਰ ਮਿਲਿਆ। ਤੇ ਹੁਣ ਭਵਿੱਖ ਦੇ ਵਿੱਚ ਜਿਹੜੀ ਹੈਗੀਆਂ 2 ਆਪਣੇ ਇੱਕ ਬਾਲ ਸਾਹਿਤ ਦੀ ਕਿਤਾਬ ਹੈਗੀ ਮੇਰੀ ਭੂਆ ਜੀ ਕੈਨੇਡਾ ਵਾਲੇ, ਉਹ ਬੜੀ ਜਲਦੀ ਆਵੇਗੀ। ਇੱਕ ਰੂਹ ਤੋਂ ਰੂਹ ਤੱਕ ਪੰਜਾਬੀ ਗਜ਼ਲ ਸੰਗ੍ਰਹਿ, ਇੱਕ ਦੀਪ ਚੰਦੀ, ਇਹ ਬਿਲਕੁਲ ਤਿਆਰ ਹਨ। ਕੋਸ਼ਿਸ਼ ਹੈ ਵੀ ਜਲਦੀ ਮਤਲਬ ਉਹ ਪਾਠਕਾਂ ਦੇ ਕਾਫੀ ਹੱਥਾਂ ਲੰਬੀ ਲਾਈਨ ਆਪਾਂ ਜੀ। ਬਸ ਕੋਸ਼ਿਸ਼ ਹੈ ਜੀ ਕਰੀ ਜਾਂਦੇ ਹਾਂ। ਤਾਂ ਮੈਂ ਪਹਿਲਾਂ ਹੀ ਆਖਿਆ ਸੀ ਕਿ ਇਹ ਸਭ ਤੁਹਾਡੇ ਵੱਲੋਂ ਮਿਲਿਆ ਪਿਆਰ ਹੈ ਜੋ ਸਾਨੂੰ ਸ਼ਕਤੀ ਦਿੰਦਾ ਪ੍ਰਦਾਨ ਕਰਦਾ ਹੈਗਾ ਜੀ। ਤੇ ਖੰਨੇ ਸ਼ਹਿਰ ਨਾਲ ਕਿਹੜੀਆਂ ਖਾਸ ਯਾਦਾਂ ਜੁੜੀਆਂ ਹੋਈਆਂ ਨੇ ਤੁਹਾਡੀਆਂ? ਖੰਨਾ ਸ਼ਹਿਰ, ਮੈਂ ਅਕਸਰ ਕਹਿਣਾ ਹੁੰਦਾ ਜੀ ਕਿ ਖੰਨਾ ਸ਼ਹਿਰ ਨਗੀਨਾ ਆਵੇ ਘੜੀ ਤੇ ਰਹੇ ਮਹੀਨਾ। ਖੰਨਾ ਸ਼ਹਿਰ ਨੂੰ ਬਹੁਤ ਵੱਡੇ ਮਾਣ ਹਾਸਲ ਹਨ। ਇਹ ਸਾਡੀ ਖੁਸ਼ਨਸੀਬ ਵੀ ਹੈ ਕਿ ਅਸੀਂ ਖੰਨੇ ਦੀ ਮਿੱਟੀ ਵਿੱਚ ਰਹਿੰਦੇ ਹਾਂ, ਖੰਨੇ ਦਾ ਪਾਣੀ ਪੀਂਦੇ ਹਾਂ, ਇਹਦੀ ਹਵਾ ਨੂੰ ਮਾਣਦੇ ਹਾਂ। ਖੰਨਾ ਜਿੱਥੇ ਕਿ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਹੈ ਅਨਾਜ ਮੰਡੀ ਮੰਨੀ ਜਾਂਦੀ ਹੈ, ਇਸ ਨੂੰ ਜਿਹੜਾ ਰੁਤਬਾ ਹਾਸਲ ਹੈ, ਔਰ ਜੀਟੀ ਰੋਡ ਦਾ ਸਿਰਕੱਢ ਸ਼ਹਿਰ ਹੈ। ਮੇਰੀ ਖੁਸ਼ਨਸੀਬੀ ਉਹ ਇਹ ਹੈ ਵੀ ਖੰਨੇ ਸ਼ਹਿਰ ਦੇ ਵਿੱਚ ਇੱਕ ਐਸੀ ਸ਼ਖਸੀਅਤ ਹੋ ਗੁਜ਼ਰੀ ਹੈ ਜੋ ਕਿ ਬੇਸ਼ੱਕ ਉਹ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ, ਪਰ ਹਮੇਸ਼ਾ ਆਪਣੇ ਕੰਠ ਰਾਹੀਂ ਹਰ ਇੱਕ ਦਿਲਾਂ ਦੇ ਉੱਪਰ ਉਹਨੇ ਪੂਰੇ ਵਰਲਡ ਲੈਵਲ ਦੇ ਉੱਪਰ ਰਾਜ ਕੀਤਾ ਹੈ। ਉਸ ਆਵਾਜ਼ ਦਾ ਜਿਹੜਾ ਨਾਮ ਹੈ ਮਰਹੂਮ ਜਨਾਬ ਸਰਦੂਲ ਸਿਕੰਦਰ ਸਾਹਿਬ। ਮੈਨੂੰ ਇਸ ਚੀਜ਼ ਦਾ ਜਿਹੜਾ ਮਤਲਬ ਮਾਣ ਹਾਸਲ ਹੈ ਕਿ ਜਨਾਬ ਸਰਦੂਲ ਸਿਕੰਦਰ ਸਾਹਿਬ ਉਹਨਾਂ ਦੀ ਮੰਚ ਸੰਚਾਲਨਾ ਦੀ ਮੈਨੂੰ ਮਤਲਬ ਕਿ ਡਿਊਟੀ ਮਿਲੀ, ਔਰ ਮੈਂ ਆਪਣੇ ਵੱਲੋਂ ਬੜੀ ਤਨਦੇਹੀ ਨਾਲ ਨਿਭਾਈ। ਉਹਨਾਂ ਨੇ ਬੜਾ ਪਿਆਰ ਕੀਤਾ, ਔਰ ਉਹਨਾਂ ਵੱਲੋਂ ਵੀ ਉਹਨਾਂ ਦੇ ਨਾਲ ਰਹਿ ਕੇ ਮਤਲਬ ਉਹਨਾਂ ਦੇ ਕਦਮਾਂ 'ਚ ਰਹਿ ਕੇ ਵੀ ਮੈਂ ਬਹੁਤ ਕੁਝ ਸਿੱਖਿਆ। ਉਹ ਬਹੁਤ ਬਾਅਦਬ ਸਲੀਕੇ ਦੇ ਮਤਲਬ ਇਨਸਾਨ ਸਨ। ਉਹਨਾਂ ਵਰਗਾ ਹੋਣਾ ਹੀ ਔਖਾ ਹੈ ਜੀ। ਉਹਨਾਂ ਵਰਗਾ ਸੁਰ ਤਾਂ ਸਾਰੇ ਜਾਣਦੇ ਹੈ ਕਿ ਸੁਰ ਦੇ ਧਨੀ ਦਿਲਾਂ ਤੇ ਰਾਜ ਕਰਨ ਵਾਲਾ ਸਿਕੰਦਰ, ਔਰ ਉਸ ਤੋਂ ਇਲਾਵਾ ਮੈਂ ਕਹਿੰਦਾ ਵੀ ਇੰਨੇ ਵਧੀਆ ਇਨਸਾਨ, ਕਿਉਂਕਿ ਅਸੀਂ ਉਹਨਾਂ ਨੂੰ ਬਹੁਤ ਨੇੜੇ ਤੋਂ ਉਹਨਾਂ ਦੇ ਨਾਲ ਮਤਲਬ ਰਹੇ ਹਾਂ, ਤੇ ਜੋ ਉਹਨਾਂ ਤੋਂ ਸਿੱਖਿਆ ਉਹ ਸਾਰੀ ਜ਼ਿੰਦਗੀ ਅਸੀਂ ਭੁੱਲ ਨਹੀਂ ਸਕਦੇ। ਇੱਕ ਮੈਨੂੰ ਉਹਨਾਂ ਦਾ ਇੱਕ ਸ਼ਬਦ ਬੜਾ ਯਾਦ ਆਉਂਦਾ ਹੈ, ਭਾਜੀ ਅਕਸਰ ਕਿਹਾ ਕਰਦੇ ਸੀ ਕਿ ਸਰੀਰ ਦਾ ਮਰਨਾ ਇਹ ਮੌਤ ਨਹੀਂ ਹੁੰਦੀ, ਜ਼ਮੀਰ ਦਾ ਮਰਨਾ ਮੌਤ ਹੁੰਦੀ ਹੈ। ਤੇ ਉਹ ਅਕਸਰ ਹੀ ਜਿਹੜੀ ਵੀ ਸ਼ਬਦ ਸਰਦੂਲ ਸਾਹਿਬ ਬੋਲਦੇ ਸੀ ਕਿ ਉਹਦੇ ਵਿੱਚ ਕੋਈ ਨਾ ਕੋਈ ਫਲਸਫਾ ਹੁੰਦਾ ਸੀਗਾ। ਤੇ ਇਹ ਮੇਰਾ ਮਤਲਬ ਬਹੁਤ ਵੱਡਾ ਭਾਗ ਰਿਹਾ ਕਿ ਮੈਂ ਉਹਨਾਂ ਦੇ ਨੇੜੇ ਰਿਹਾ, ਤੇ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਹਾਂ, ਤੇ ਕੁਝ ਜਿਹੜੇ ਰਸਤੇ ਉਹਨਾਂ ਨੇ ਸਾਨੂੰ ਸੁਝਾਏ ਹੈ ਉਹਨਾਂ ਪਰ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਸਰਦੂਲ ਸਾਹਿਬ ਉਹਨਾਂ ਦਾ ਇੱਕ ਮੈਂ ਦੇਖ ਰਿਹਾ ਸੀਗਾ ਜੀ ਟੀਵੀ 'ਚ ਪ੍ਰੋਗਰਾਮ ਆ ਰਿਹਾ ਸੀ, ਉਹਨਾਂ ਦੀ ਪੂਰੀ ਫੈਮਿਲੀ ਆਈ ਹੋਈ ਸੀ ਜੀ। ਤੇ ਤਾਂ ਇਹ ਤਖੱਲਸ ਦੀ ਉਹ ਗੱਲ ਚੱਲੀ ਵੀ ਸਰਦੂਲ ਸਿਕੰਦਰ ਕਿਵੇਂ ਤੁਹਾਡੇ ਨਾਲ ਜੁੜਿਆ ਜੀ। ਤੇ ਉਹਨਾਂ ਨੇ ਕਿਹਾ ਵੀ ਜੋ ਐਂਕਰ ਸੀਗੇ ਉਹ ਕਹਿ ਰਹੇ ਸੀ ਵੀ ਤੁਹਾਨੂੰ ਸਿਕੰਦਰ ਮੰਨਿਆ ਗਿਆ ਸੁਰਾਂ ਦੇ ਜੀ। ਉਹ ਉਹਨਾਂ ਦੀ ਗੱਲ ਕੱਟਤੀ ਵੀ यहाँ पे कोई सिकंदर नहीं होता जी जी, ਕਹਿੰਦੇ यहाँ पर वक्त सिकंदर होता। ਬਿਲਕੁਲ ਸਹੀ ਜੀ। ਤੇ ਉਹ ਗੱਲ ਆਪਾਂ ਜਿਵੇਂ ਅੱਜ ਵੀ ਗੱਲ ਕਰ ਰਹੇ ਹਾਂ, ਇਹ ਗੱਲ ਆਪਾਂ ਔਰ ਇਹ ਗੱਲ ਬਿਲਕੁਲ ਸੱਚਾਈ ਹੈ ਜ਼ਿੰਦਗੀ ਦੀ ਇਹ ਜੀ। ਤੇ ਉਹਨਾਂ ਨਾਲ ਫਿਰ ਤੁਸੀਂ ਕਿੱਦਾਂ ਮੈਨੇਜ ਕੀਤਾ ਵੀ ਪਹਿਲਾਂ ਜੌਬ ਦੇ ਵਿੱਚ ਨਹੀਂ ਸੀਗੇ? ਨਹੀਂ, ਮੈਂ ਆਲਰੇਡੀ ਜੌਬ ਦੇ ਵਿੱਚ ਹੀ ਸੀਗਾ। ਹਾਂਜੀ। ਤੇ ਬਸ ਹੌਲੀ ਹੌਲੀ ਚੱਲ ਮਤਲਬ ਕਿ ਇੱਕ ਜਿਹੜਾ ਹੈਗਾ ਸਫ਼ਰ ਹੁੰਦਾ ਹੈ, ਮਤਲਬ ਕਿ ਮੈਂ ਸਟਾਰਟਿੰਗ ਕੀਤੀ ਆਪਣੇ ਆਪ ਨੂੰ। ਲਿੰਕ ਕਿਵੇਂ ਜੁੜਿਆ? ਲਿੰਕ ਆਪਣੇ ਖੰਨੇ ਦੇ ਸਾਡੇ ਇੱਕ ਫਨਕਾਰ ਹੈਗੇ ਨੇ, ਤੇ ਉਹਨਾਂ ਨੇ ਵੀ ਚੰਗਾ ਪੰਜਾਬੀ ਮਤਲਬ ਕਿ ਮਾਂ ਬੋਲੀ ਨੂੰ ਕਾਫੀ ਉਹਨਾਂ ਦੀ ਦੇਣ ਰਹੀ ਹੈ। ਤੇ ਜਨਾਬ ਸਰਾਜ ਮੁਹੰਮਦ, ਉਹਨਾਂ ਨਾਲ ਵੀ ਕਾਫੀ ਟਾਈਮ ਮੈਂ ਜਿਹੜੀ ਸਟੇਜ ਉਹਨਾਂ ਦੀ ਕਰਦਾ ਰਿਹਾ। ਤੇ ਸਰਾਜ ਮੁਹੰਮਦ ਸਾਹਿਬ ਉਸ ਪਰਿਵਾਰ ਨਾਲ ਜੁੜੇ ਨੇ, ਉਸ ਪਰਿਵਾਰ ਦੇ ਪਹਿਲੇ ਪਲੇਠੇ ਸ਼ਾਗਿਰਦ ਰਹੇ ਨੇ, ਤੇ ਉਹਨਾਂ ਦੇ ਜ਼ਰੀਏ ਫਿਰ ਮਤਲਬ ਕਿ ਮੈਨੂੰ ਮੌਕਾ ਮਿਲਿਆ। ਤੇ ਬਾਕੀ ਭਾਜੀ ਦੀ ਅੱਖ ਬੜੀ ਪਾਰਖੂ ਸੀਗੀ, ਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਮਤਲਬ ਚੰਗਾ ਲੱਗਿਆ ਕਿ ਇਹ ਲੜਕਾ ਜਿਹੜਾ ਹੈ ਇਹ ਮਤਲਬ ਕਿ ਠੀਕ ਹੈ, ਮਤਲਬ ਉਹਨਾਂ ਦੇ ਅਕੋਰਡਿੰਗ। ਸੋ ਮੈਨੂੰ ਇਸ ਚੀਜ਼ ਦਾ ਜਿਹੜਾ ਕਿ ਮੌਕਾ ਮਿਲਦਾ ਰਿਹਾ। ਹੌਲੀ ਹੌਲੀ ਫਿਰ
ਇੱਕ ਪਿਆਰ ਜਿਹਾ ਵੀ ਪੈ ਜਾਂਦਾ, ਆਪਣਤ ਹੋ ਜਾਂਦੀ ਹੈ ਨਾ। ਤੇ ਉਹ ਮਤਲਬ ਕਿ ਅਸੀਂ ਕਾਫੀ ਜੁੜੇ ਹੋਏ ਇੱਕ ਦੂਜੇ ਨੇੜੇ ਰਹੇ ਹਾਂ। ਮੈਂ ਉਸ ਪਰਿਵਾਰ ਦੇ ਨਾਲ ਅੱਜ ਵੀ ਜੁੜਿਆ ਹੋਇਆ, ਉਹਨਾਂ ਦੇ ਬੱਚਿਆਂ ਨਾਲ ਵੀ ਜੁੜਿਆ ਹੋਇਆ। ਸਾਡੇ ਮੈਡਮ ਜੀ ਨੇ ਮਨੂਰੀ ਜੀ, ਬਹੁਤ ਉਹ ਵੀ ਮਤਲਬ ਸਾਨੂੰ ਬੜਾ ਆਸ਼ੀਰਵਾਦ ਦਿੰਦੇ ਆ, ਬੱਚੇ ਸਾਡਾ ਬੜਾ ਰਿਗਾਰਡ ਕਰਦੇ ਆ। ਸੋ ਇਦਾਂ ਦਾ ਇੱਕ ਮਤਲਬ ਕਿ ਜਿਹੜਾ ਬੰਧਨ ਬਣਿਆ ਰਿਹਾ ਸਾਡਾ, ਇਹ ਨਿੱਘ ਜਿਹੜਾ ਇਸ ਚੀਜ਼ ਦਾ ਅਸੀਂ ਪਰਿਵਾਰ ਦਾ ਅਸੀਂ ਮਾਣਦੇ ਹਾਂ, ਸਾਡੀ ਖੁਸ਼ਨਸੀਬੀ ਹੈ ਜੀ। ਤੇ ਅੱਜ ਦੀ ਡੇਟ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਸੁਣਨਾ ਪਸੰਦ ਕਰਦੇ ਹੋ ਜਾਂ ਜਿਨ੍ਹਾਂ ਨੂੰ ਪੜ੍ਹਨਾ ਪਸੰਦ ਕਰਦੇ ਹੋ ਜੀ, ਉਹਨਾਂ 'ਚ ਕਿਹਨਾਂ ਦਾ ਨਾਮ ਆ? ਦੇਖੋ ਸਪੈਸੀਫਿਕ ਨਾਮ ਜੇ ਕੋਈ ਲਵਾਂ ਉਹ ਤਾਂ ਨਹੀਂ ਕੋਈ ਹੈ। ਮੈਂ ਹਰ ਉਸ ਇਨਸਾਨ ਨੂੰ ਪੜ੍ਹਨਾ ਪਸੰਦ ਕਰਦਾ ਹਾਂ ਜਿਹੜੇ ਰੂਹ ਤੋਂ ਲਿਖਦੇ ਨੇ ਔਰ ਰੂਹ 'ਚ ਉਤਰਦੇ ਨੇ ਜੀ। ਵਾਕਈ ਜਿਨ੍ਹਾਂ ਦੇ ਸ਼ਬਦਾਂ ਦੇ ਵਿੱਚ ਜਾਨ ਹੁੰਦੀ ਹੈ, ਮਤਲਬ ਕਿ ਐਂ ਕਹਿ ਲਓ ਵੀ ਕਲੀਜਾ ਬਾਹਰ ਕੱਢ ਕੇ ਧਰ ਦਿੰਦੇ ਨੇ ਜੀ। ਔਰ ਉਹਨਾਂ ਦੇ ਜਿਹੜੇ ਸ਼ਬਦ ਨੇ ਸਿੱਧਾ ਮਤਲਬ ਜ਼ਿਹਨ 'ਤੇ ਅਸਰ ਕਰਦੇ ਹੈ। ਉਹਨਾਂ ਨੇ ਜੋ ਲਿਖਿਆ ਹੁੰਦਾ ਹੈ ਉਹਦੇ ਵਿੱਚ ਕੋਈ ਮਿਲਾਵਟੀਪਣ ਨਹੀਂ ਹੁੰਦਾ, ਉਹਦੇ ਵਿੱਚ ਪੂਰਨ ਸਾਦਗੀ ਔਰ ਪਲੱਸ ਐਸਾ ਅਸਰ ਹੁੰਦਾ ਹੈ। ਮੈਂ ਕਿੰਨੇ ਨਾਮ ਲਵਾਂ, ਮਤਲਬ ਜੇ ਨਾਮ ਲਈਏ ਤਾਂ ਮੇਰੇ ਖਿਆਲ 'ਚ ਬਹੁਤ ਲੰਬੀ ਫਹਿਰਿਸਤ ਹੋ ਜਾਊਗੀ। ਮੇਰੇ ਆਪਣੇ ਦੋਸਤ ਹਨ ਨਕਾਸ਼ ਚਿੱਤੇਵਾਣੀ, ਬਹੁਤ ਅੱਛੇ ਉਹ ਲਿਖ ਰਹੇ ਨੇ, ਮੈਂ ਉਹਨਾਂ ਨੂੰ ਬੜਾ ਪਸੰਦ ਕਰਦਾ। ਜਨਾਬ ਕੁਵਿੰਦਰ ਚਾਂਦ ਸਾਹਿਬ ਹੈਗੇ ਆ, ਤੇ ਹੋਰ ਸਾਡੇ ਭਰਾ ਹੈਗੇ ਸਾਡੇ ਖੰਨੇ ਤੋਂ ਲੋਕਲ, ਮੇਰੇ ਬਹੁਤ ਹੀ ਅਜ਼ੀਜ਼ ਜਨਾਬ ਗੁਰਵਰਿੰਦਰ ਗਰੇਵਾਲ ਸਾਹਿਬ, ਮੇਰੇ ਬਹੁਤ ਹੀ ਪਿਆਰੇ ਦੋਸਤ ਹਨ ਤੇ ਭਰਾਵਾਂ ਵਾਂਗੂ ਸਾਡਾ ਬਹੁਤ ਨਿਭ ਰਿਹਾ ਹੈ। ਉਹਨਾਂ ਨੇ ਬਹੁਤ ਅੱਛਾ ਇੱਕ ਖੂਬਸੂਰਤ ਗਾਣਾ ਲਿਖਿਆ ਸੀ, ਬੜਾ ਪੂਰੇ ਵਰਲਡ ਲੈਵਲ ਤੇ ਸਰਾਹਿਆ ਗਿਆ ਗਾਣਾ, ਉਹ ਜਨਾਬ ਗੁਲਾਮ ਜੁਗਨੀ ਸਾਹਿਬ ਉਹਨਾਂ ਨੇ ਗਾਇਆ। ਜੀ ਸਜਦਾ ਕਰਾਂ ਮੈਂ ਦੂਜਾ ਰੱਬ ਨੂੰ, ਪਹਿਲੀ ਮੇਰੇ ਯਾਰ ਨੂੰ ਸਲਾਮ। ਬਿਲਕੁਲ। ਤੇ ਅੱਜ ਵੀ ਉਹ ਨਿਰੰਤਰ ਲਗਾਤਾਰ ਇਸ ਰਾਸਤੇ ਪਰ ਚੱਲ ਰਹੇ ਨੇ। ਉਹਨਾਂ ਦੀ ਕਲਮ ਦੇ ਵਿੱਚ ਬੜਾ ਆਨੰਦ ਆ, ਉਹਨਾਂ ਦੀ ਇੱਕ ਸੋਹਜ ਤੇ ਆਨੰਦ ਹੈ। ਸੋ ਮੈਂ ਸਭ ਨੂੰ ਪਸੰਦ ਕਰਦਾ ਜੋ ਚੰਗਾ ਲਿਖਦਾ ਹੈ। ਤੇ ਅੱਜ ਦੀ ਡੇਟ ਦੇ ਵਿੱਚ ਹੁਣ ਕੋਈ ਸਾਨੂੰ ਨਸੀਹਤ ਤੁਸੀਂ ਦੇਣਾ ਚਾਹੋ ਜਾਂ ਸੁਣਨ ਵਾਲਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਤੁਸੀਂ? ਵੈਸੇ ਤਾਂ ਮੈਂ ਹਰੀ ਜੀ ਅਜੇ ਇਸ ਮੁਕਾਮ ਤੇ ਪਹੁੰਚਿਆ ਨਹੀਂ, ਮੈਂ ਸੁਨੇਹੇ ਦੇਵਾਂ। ਮੈਂ ਤੇ ਮਤਲਬ ਕਿ ਬੇਨਤੀ ਉਹ ਕਰ ਸਕਦਾ ਵੀ ਫਸਟ ਆਫ ਆਲ ਦੇਖੋ, ਬੀਇੰਗ ਮੈਂ ਇੱਕ ਟੀਚਰ ਵੀ ਹੈਗਾ, ਮੈਂ ਅਧਿਆਪਨ ਦੇ ਖਿੱਤੇ ਦੇ ਵਿੱਚ ਹਾਂ। ਅਸੀਂ ਜਦੋਂ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਹਾਂ, ਅਸੀਂ ਵਿਦਿਆਰਥੀਆਂ ਨੂੰ ਅਕਸਰ ਕਹਿੰਦੇ ਹਾਂ, ਬੇਟਾ ਤੁਸੀਂ ਪੜ੍ਹੋ, ਤੁਸੀਂ ਮਿਹਨਤ ਕਰੋ, ਇਹਦੇ ਬਲਬੂਤੇ ਤੇ ਫਿਰ ਤੁਸੀਂ ਅੱਗੇ ਆਓਗੇ, ਤੁਹਾਡੀ ਜ਼ਿੰਦਗੀ ਸੰਵਰ ਜਾਊਗੀ, ਤੁਸੀਂ ਚੰਗੀ ਪੋਸਟ ਤੇ ਜਾਓਗੇ, ਤੁਹਾਡਾ ਚੰਗਾ ਮੁਕਾਮ ਬਣੇਗਾ ਜੀ। ਇਹੀ ਗੱਲ ਮਤਲਬ ਕਿ ਜੇਕਰ ਮੈਂ ਸਾਹਿਤਕ ਐਂਗਲ ਤੋਂ ਗੱਲ ਕਰਨੀ ਚਾਹਾਂ, ਇਸ ਮਤਲਬ ਨਜ਼ਰੀਏ ਤੋਂ ਮੈਂ ਫਿਰ ਇਹੀ ਕਹਾਂਗਾ ਵੀ ਸਾਨੂੰ ਪਹਿਲਾਂ ਤਾਂ ਸਭ ਤੋਂ ਪਹਿਲਾਂ ਬਹੁਤ ਅੱਛੇ ਵਿਦਿਆਰਥੀ ਹੋਣਾ ਚਾਹੀਦਾ, ਗੁੱਡ ਲਰਨਰ ਸਾਨੂੰ ਹੋਣਾ ਚਾਹੀਦਾ, ਚੰਗਾ ਮਿਆਰੀ ਔਰ ਉਹ ਮਤਲਬ ਸਾਹਿਤ ਸਾਨੂੰ ਪੜ੍ਹਨਾ ਚਾਹੀਦਾ ਜਿਹਨੇ ਵਾਕਈ ਸਮਾਜ ਨੂੰ ਕੁਝ ਦੇਣਾ ਹੈ, ਜਿਹਦੇ ਸ਼ਬਦ ਹਮੇਸ਼ਾ ਜ਼ਿੰਦਾ ਰਹਿੰਦੇ ਹਨ। ਮੈਂ ਪਹਿਲੇ ਦੱਸਿਆ ਸੀ ਕਿ ਜ਼ਮੀਰ ਦੀ ਮੌਤ ਜਿਹੜੀ ਹੈ ਅਸਲੀ ਮੌਤ ਉਹ ਹੁੰਦੀ ਹੈ, ਸਿਰ ਦੀ ਮੌਤ ਨਹੀਂ ਹੁੰਦੀ। ਤਾਂ ਇੱਦਾਂ ਉਹ ਮਤਲਬ ਕਿ ਇਹ ਜਿਹੜੀ ਆਉਣ ਵਾਲੀ ਨਸਲ ਹੈ, ਪੀੜ੍ਹੀ ਹੈ, ਵੈਸੇ ਦੇਖਣ ਦੇ ਵਿੱਚ ਆਇਆ ਹੁਣ ਹਰ ਇੱਕ ਚੀਜ਼ ਬੜੀ ਸੈਲਿੰਗ ਲਾਈਕ ਹੌਟ ਕੇਕਸ ਵਿਕਦੀਆਂ ਨੇ, ਹੱਥੋਂ ਹੱਥੀ ਚੀਜ਼ਾਂ ਕਿਤਾਬਾਂ ਕਿਉਂ ਨਹੀਂ ਵਿਕਦੀਆਂ? ਦੁੱਖ ਦੀ ਗੱਲ ਹੈ। ਉਹਨਾਂ ਨੂੰ ਕਿਤਾਬਾਂ ਨੂੰ ਦਾ ਜਿਹੜਾ ਖਰੀਦੋ ਫਰੋਖਤ ਜ਼ਿਆਦਾ ਹੋਣੀ ਚਾਹੀਦੀ ਹੈ। ਤੁਹਾਡੀ ਘਰ ਦੀਆਂ ਅਲਮਾਰੀਆਂ ਦਾ ਸ਼ਿੰਗਾਰ ਜ਼ਿਆਦਾ ਹੋਣੇ ਚਾਹੀਦੇ ਨੇ, ਬਟ ਇਹ ਦੁੱਖ ਦੀ ਗੱਲ ਹੈ ਕਿ ਕਿਤਾਬਾਂ ਘੱਟ ਵਿਕਦੀਆਂ ਨੇ। ਜੇ ਘੱਟ ਵਿਕਦੇ ਨੇ ਤਾਂ ਘੱਟ ਪੜ੍ਹਿਆ ਜਾਂਦਾ ਹੈ। ਸੋ ਇਸ ਕਰਕੇ ਬੱਚਿਆਂ ਦਾ ਇੰਟਰਸਟ ਇੱਧਰ ਨੂੰ ਹੋਣਾ ਚਾਹੀਦਾ, ਮਾਂ-ਬਾਪ ਨੂੰ ਵੀ ਔਰ ਵੱਡਿਆਂ ਨੂੰ ਵੀ। ਇਹ ਇੰਟਰਸਟ ਕ੍ਰੀਏਟ ਕਰਨ ਵਾਸਤੇ ਸਾਡੀਆਂ ਸਰਕਾਰੀ ਸੰਸਥਾਵਾਂ, ਸਾਡੀਆਂ ਗੈਰ ਸਰਕਾਰੀ ਸੰਸਥਾਵਾਂ ਨੂੰ ਇਹ ਤਹੀਏ ਕਰਨੇ ਚਾਹੀਦੇ ਹਨ ਕਿ ਵੱਧ ਤੋਂ ਵੱਧ ਜਿਹੜਾ ਹੈ ਚੰਗਾ ਜਿਹੜਾ ਹੈ ਸਾਹਿਤ ਉਹ ਮਤਲਬ ਪੜ੍ਹਨ, ਔਰ ਚੰਗਾ ਸਾਹਿਤ ਰਚਿਆ ਵੀ ਜਾਵੇ, ਚੰਗਾ ਸਾਹਿਤ ਪੜ੍ਹਿਆ ਵੀ ਜਾਵੇ। ਜੇਕਰ ਇਹ ਦੋਨੇ ਗੱਲਾਂ ਹੋ ਗਈਆਂ ਤੇ ਅਲਟੀਮੇਟ ਹੈ ਕਿ ਸਾਡਾ ਜਿਹੜਾ ਆਉਣ ਵਾਲਾ ਭਵਿੱਖ ਰੋਸ਼ਨ ਹੋਵੇਗਾ। ਬਹੁਤ ਸ਼ੁਕਰੀਆ ਜੀ ਸਾਡੇ ਨਾਲ ਮੁਲਾਕਾਤ ਕਰਨ ਲਈ, ਦੋ ਪਲ ਸਾਂਝੇ ਕਰਨ ਲਈ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਹਾਡਾ ਕਰਦਾ ਔਰ ਜੀ ਆਇਆਂ ਨੂੰ ਆਖਦਾ ਇੱਕ ਵਾਰੀ ਫੇਰ ਤੁਸੀਂ ਸਾਡੇ ਘਰ ਆਏ। ਸ਼ੁਕਰੀਆ ਜੀ। ਤੁਹਾਡੇ ਆਉਣ ਵਾਲੇ ਸਮੇਂ ਲਈ ਸਾਡੇ ਵੱਲੋਂ ਬਹੁਤ ਸਾਰੀਆਂ ਦੁਆਵਾਂ। ਤੁਹਾਡੀ ਲੇਖਣੀ ਦੇ ਵਿੱਚ ਪਰਮਾਤਮਾ ਹੋਰ ਨਿਖਾਰ ਲੈ ਕੇ ਆਵੇ, ਹੋਰ ਚੰਗੀਆਂ ਚੀਜ਼ਾਂ ਸਾਨੂੰ ਦੇਖਣ, ਪੜ੍ਹਨ, ਸੁਣਨ ਨੂੰ ਮਿਲਣ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਅੱਜ ਦੀ ਗੱਲ ਕਰੀ ਆਪਾਂ ਨੇ ਧਰਮਿੰਦਰ ਸ਼ਾਹਿਦ ਹੋਰਾਂ ਨਾਲ, ਤੇ ਅੱਜ ਦੀ ਇੰਟਰਵਿਊ ਦੇ ਲਈ ਗੁਰਵਰਿੰਦਰ ਗਰੇਵਾਲ ਭਾਜੀ ਹੋਰਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਨਾ ਚਾਹਾਂਗੇ, ਕਿਉਂਕਿ ਜੋ ਅੱਜ ਤੁਸੀਂ ਦੇਖ ਰਹੇ ਹੋ ਵੀਡੀਓ ਇਹ ਉਹਨਾਂ ਦੀ ਹੀ ਬਦੌਲਤ ਹੈ ਸਾਰੀ। ਫਿਲਹਾਲ ਇਜਾਜ਼ਤ ਦਿਓ ਸਰ ਸਾਨੂੰ। ਗੁਰੂਦਾਰੀ ਚੈਨਲ ਤੇ ਆਏ ਸਾਰੇ ਦੋਸਤਾਂ ਦਾ ਬਹੁਤ ਸਾਰਾ ਧੰਨਵਾਦ। ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਸ਼ੁਕਰੀਆ।